ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾ। ਇਕ ਓੰਕਾਰ ਸਤ ਗੁਰ ਪ੍ਰਸਾਦ ਦਖਣਾ। ਤੂੜੀ ਮੱਜਨ ਸਾਧ ਖੇ ਸਾਈ ਥੀਏ ਕਿਰਪਾਲ। ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 80 ਔਰ 81 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਜੀਵ ਦੇ ਜੀਵਨ ਅੰਦਰ ਜੋ ਨਿਮਰਤਾ ਭਾਵ ਹੈ ਪਹਿਲਾਂ ਤੇ ਉਹਦਾ ਪ੍ਰਗਟਾਵਾ ਸਤਿਗੁਰੂ ਜੀ ਕਰ ਰਹੇ, ਜਿਹਨੂੰ ਆਪਾਂ ਸ਼ਲੋਕ ਰੂਪ ਦੱਖਣੀ ਰੂਪ ਵਿੱਚ ਕਹਿ ਸਕਦੇ ਹਾਂ। ਫਿਰ ਜਦੋਂ ਸ਼ੰਤ ਦੇ ਵਿੱਚ ਸਾਹਿਬ ਨੇ ਜ਼ਿਕਰ ਕੀਤਾ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਕਿਵੇਂ ਆਪਣੇ ਪਿਆਰਿਆਂ ਦੇ ਉੱਤੇ ਕਿਰਪਾਲੂ ਹੁੰਦੇ ਨੇ ਔਰ ਜੀਵ ਕਿਸ ਢੰਗ ਦੇ ਨਾਲ ਉਸ ਪਰਮੇਸ਼ਵਰ ਜੀ ਕੀ ਰਹਿਮਤ ਦਾ, ਕਿਰਪਾਲਤਾ ਦਾ ਪਾਤਰ ਬਣਦਾ ਹੈ, ਉਸ ਦਾ ਪ੍ਰਗਟਾਵਾ ਫਿਰ ਸਤਿਗੁਰੂ ਜੀ ਸ਼ੰਤ ਰੂਪ ਵਿੱਚ ਕਰ ਰਹੇ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਧੂੜੀ ਮੱਜਣ ਸਾਧ ਖੇ ਸਾਈਂ ਥੀਏ ਕਿਰਪਾਲ।
ਮਾਲਕ ਜੀ ਕਹਿੰਦੇ ਵੀ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਕਿਰਪਾਲੂ ਹੁੰਦੇ ਨੇ, ਸਾਈਂ ਥੀਏ ਕਿਰਪਾਲ, ਜਦੋਂ ਸਾਈਂ ਜੀ ਨੇ ਕਿਰਪਾ ਕੀਤੀ, ਸਾਈਂ ਮਤਲਬ ਪਰਮੇਸ਼ਵਰ ਮਾਲਕ ਨੇ, ਜਦੋਂ ਮਾਲਕ ਜੀ ਨੇ ਕਿਰਪਾ ਕੀਤੀ, ਪ੍ਰਭੂ ਜੀ ਨੇ ਰਹਿਮਤ ਵਰਤਾਈ, ਉਸ ਦੀ ਰਹਿਮਤ ਸਦਕਾ ਆ ਦਾਤ ਮਿਲੀ, ਧੂੜੀ ਮੱਜਣ ਸਾਧਖੇ। ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ, ਰੱਬ ਜੀ ਦੇ ਪਿਆਰਿਆਂ ਦੀ ਧੂੜੀ ਵਿੱਚ ਇਸ਼ਨਾਨ ਕੀਤਾ ਜਾਂ ਇਸ਼ਨਾਨ ਹੋਇਆ, ਪਰ ਜਦੋਂ ਅਕਾਲ ਪੁਰਖ ਪਰਮੇਸ਼ਵਰ ਜੀ ਕਿਰਪਾਲੂ ਹੋਏ, ਉਹਨਾਂ ਰਹਿਮਤ ਕੀਤੀ। ਹੁਣ ਧੂੜੀ ਦੇ ਵਿੱਚ ਮੱਜਨ ਕਰਨ ਤੋਂ ਭਾਵ ਵੀ ਰੱਬ ਦੇ ਪਿਆਰਿਆਂ ਦੇ ਸੰਗ ਵਿੱਚ ਬੈਠਣਾ। ਧੂੜੀ ਵਿੱਚ ਮੱਜਨ ਕਰਨ ਤੋਂ ਭਾਵ ਰੱਬ ਜੀ ਦੇ ਪਿਆਰਿਆਂ ਦੀ ਸੇਵਾ ਵਿੱਚ ਤਤਪਰ ਰਹਿਣਾ। ਮੱਜਨ ਮਤਲਬ ਇਸ਼ਨਾਨ, ਧੂੜੀ। ਹੁਣ ਆਪਾਂ ਗੁਰੂ ਅਰਜਨ ਸਾਹਿਬ ਜੀ ਦਾ ਹੀ ਪਾਵਨ ਬਚਨ ਪੜ੍ਹਦੇ ਹਾਂ, ਜਦੋਂ ਮਾਘ ਮਹੀਨੇ ਦਾ ਸਤਿਗੁਰੂ ਜੀ ਉਪਦੇਸ਼ ਦਿੰਦੇ, ਤੇ ਉਦੋਂ ਵੀ ਮਾਲਕ ਜੀ ਨੇ ਜ਼ਿਕਰ ਕੀਤਾ ਨਾ, ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੌ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸੁਆਨ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪ੍ਰਵਾਨ। ਹੁਣ ਗੁਰੂ ਸਾਹਿਬ ਜੀ ਨੇ ਬੜੀ ਅਪਾਰ ਬਖਸ਼ਿਸ਼ ਕੀਤੀ। ਕਹਿੰਦੇ ਵੀ ਜਦੋਂ ਰੱਬ ਜੀ ਦੇ ਪਿਆਰਿਆਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਦੀ ਬਾਤ ਆਉਂਦੀ ਹੈ, ਤੇ ਰੱਬ ਜੀ ਦੇ ਪਿਆਰਿਆਂ ਦੀ ਧੂੜੀ ਵਿੱਚ ਇਸ਼ਨਾਨ ਕਰਨ ਤੋਂ ਭਾਵ ਵੀ ਆਪਣੇ ਆਪ ਨੂੰ ਨਿਮਰਤਾ ਰੂਪ ਵਿੱਚ ਰੱਖ ਲੈਣਾ, ਨਿਵਾਣ ਰੂਪ ਵਿੱਚ ਰੱਖ ਲੈਣਾ। ਹੁਣ ਧੂੜੀ ਵਿੱਚ ਮੱਜਣ ਕਰਨਾ, ਸਤਿਗੁਰੂ ਕਹਿੰਦੇ ਉਦੋਂ ਹੁੰਦਾ ਜਦੋਂ ਸਾਈਂ ਕਿਰਪਾਲੂ ਹੁੰਦੇ ਨੇ, ਉਹ ਅਕਾਲ ਪੁਰਖ ਪਰਮੇਸ਼ਵਰ ਰਹਿਮਤ ਕਰਦੇ। ਹੁਣ ਇੱਕ ਖਿਆਲ ਰੱਖੋ, ਸਤਿਗੁਰੂ ਜੀ ਇੱਕ ਪਾਵਨ ਬਚਨ ਹੋਰ ਬੜਾ ਪਿਆਰਾ ਆਖਦੇ, ਧੂੜੀ ਵਿੱਚ ਇਸ਼ਨਾਨ ਕਰਨਾ ਸੌਖਾ ਨਹੀਂ ਹੈ। ਮਤਲਬ ਆਪਣੇ ਆਪ ਨੂੰ ਧੂੜੀ ਸਮਝ ਲੈਣਾ, ਆਪਣੇ ਆਪ ਨੂੰ ਨੀਵਾਂ ਸਮਝ ਲੈਣਾ ਬੜਾ ਔਖਾ ਹੈ, ਖੇਡ ਨਹੀਂ ਹੈ, ਸੁਖਾਲਾ ਨਹੀਂ ਹੈ। ਕਿਵੇਂ ਕੋਈ ਹਰ ਪਰਸਨ ਉੱਠ ਕੇ ਕਹਿ ਦੇਗਾ ਵੀ ਹਾਂ ਮੈਂ ਕੋਈ ਗੱਲ ਨਹੀਂ, ਮੈਂ ਮਾੜਾ ਆ। ਇੱਥੇ ਤੇ ਇਸ ਸੰਸਾਰ ਉੱਤੇ, ਇਸ ਸਮਾਜ ਉੱਤੇ ਜ਼ੋਰ ਤੇ ਇਸ ਗੱਲ ਦਾ ਲੱਗਾ ਵੀ ਲੋਕ ਮੈਨੂੰ ਵੱਡਾ ਸਮਝਣ, ਜ਼ੋਰ ਤੇ ਇਸੇ ਗੱਲ ਦਾ ਲੱਗਾ ਹੋਇਆ। ਕਿਸੇ ਦਾ ਸੰਸਾਰਕ ਤੌਰ ਤੇ ਆਪਾਂ ਵੇਖਾਂਗੇ ਵੀ ਕੋਈ ਵੀ ਮਨੁੱਖ ਦਾ ਜ਼ੋਰ ਇਸ ਗੱਲੋਂ ਲੱਗਾ ਵੀ ਮੈਂ ਨੀਵਾਂ ਹੋਵਾਂ। ਕਿਸੇ ਮਨੁੱਖ ਦਾ ਜ਼ੋਰ ਲੱਗਾ ਹੋਵੇ, ਜਿਸ ਮਨੁੱਖ ਦਾ ਵੀ ਜ਼ੋਰ ਲੱਗਾ, ਜਿਸ ਮਨੁੱਖ ਨੇ ਵੀ ਤਾਕਤ ਨੂੰ ਵਰਤਿਆ, ਕਿਸ ਪਾਸੇ ਲਈ ਵਰਤਿਆ ਵੀ ਮੈਂ ਉੱਚਾ ਹੋਵਾਂ, ਮੈਨੂੰ ਲੋਕ ਵੱਡਾ ਆਖਣ, ਲੋਕ ਮੈਨੂੰ ਬਹੁਤ ਭਲਾ ਆਖਣ। ਕੋਈ ਵੀ ਇਨਸਾਨ ਇਸ ਗੱਲ ਲਈ ਤਿਆਰ ਨਹੀਂ ਹੈ ਵੀ ਮੈਂ ਨੀਵਾਂ ਹੋਵਾਂ, ਕਿਸੇ ਪਾਸੇ ਤੋਂ ਵੀ ਮੈਂ ਥੱਲੇ ਹੋਵਾਂ, ਕਿਸੇ ਪਾਸੇ ਤੋਂ ਮੈਂ ਨੀਵਾਂ ਹੋਵਾਂ, ਇਸ ਗੱਲ ਲਈ ਕੋਈ ਤਿਆਰ ਨਹੀਂ ਹੈ। ਹਰ ਇਨਸਾਨ ਦਾ ਜ਼ੋਰ ਲੱਗਾ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਿੱਚ। ਸਤਿਗੁਰੂ ਕਹਿੰਦੇ ਜੇ ਤੇ ਸੱਜਣਾ ਅਕਾਲ ਪੁਰਖ ਪਰਮੇਸ਼ਵਰ ਦੀਆਂ ਨਜ਼ਰਾਂ ਵਿੱਚ ਕਬੂਲ ਪੈਣਾ, ਤੇ ਫਿਰ ਖਿਆਲ ਰੱਖ ਪਹਿਲੋਂ ਆਪਣਾ ਆਪਾ ਨਿਵਾਉਣਾ ਪੈਣਾ। ਜਦੋਂ ਆਪਣਾ ਆਪਾ ਨਿਵਾ ਲਏਗਾ ਉਦੋਂ ਕਬੂਲਿਆ ਜਾਏਗਾ। ਹੁਣ ਸਤਿਗੁਰੂ ਜੀ ਦਾ ਪਾਵਨ ਬਚਨ ਪੜੋ। ਸਾਹਿਬ ਕਹਿੰਦੇ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੁਣ ਮਰਨਾ ਕਬੂਲ ਕਰਾਂਗੇ ਤੇ ਅਗਾਂਹ ਦੀ ਪੌੜੀ ਤੇ ਚੜਾਂਗੇ ਨਾ। ਹੁਣ ਸਤਿਗੁਰੂ ਜੀ ਨੇ ਬੜਾ, ਕਿਉਂਕਿ ਗੁਰਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਨਾ, ਇੱਕ ਇੱਕ ਬੋਲ, ਉਹਦੇ ਵਿੱਚ ਭੇਤ ਬੜੇ ਸਾਹਿਬ ਨੇ ਸਾਡੀ ਝੋਲੀ ਵਿੱਚ ਪਾਏ। ਮਰਨ ਤੋਂ ਬਿਨਾ ਕੋਈ ਧੂੜੀ ਨਹੀਂ ਬਣ ਸਕਦਾ। ਮਰਨ ਤੋਂ ਬਿਨਾ ਕਦੇ ਖੇ ਹੁੰਦਾ ਵੇਖਿਆ ਕੋਈ?
ਜਦੋਂ ਖੇ ਹੁੰਦਾ ਹੈ ਉਦੋਂ ਮਰ ਕੇ ਹੀ ਹੁੰਦਾ। ਮਰ ਗਿਆ, ਉਹਨੂੰ ਲਾਂਬੂ ਲਾਇਆ, ਉਹਦੀ ਚਿਖਾਂ ਨੂੰ ਲਾਂਬੂ ਲਾਇਆ, ਉਦੋਂ ਬਾਅਦ ਚੋਂ ਖੇ ਬਣਿਆ। ਜਿਉਂਦਾ ਬੰਦਾ ਕਦੇ ਖੇ ਬਣਦਾ? ਜਿਉਂਦਾ ਬੰਦਾ ਭਾਵੇਂ ਮੰਜੇ ਤੇ ਕਿਉਂ ਨਾ ਪਿਆ ਹੋਵੇ, ਪਰ ਉਹ ਸਾਨੂੰ ਇੱਕ ਸਰੀਰਕ ਢਾਂਚਾ ਨਜ਼ਰੀ ਆ ਰਿਹਾ, ਖੇ ਨਹੀਂ ਨਜ਼ਰ ਆਉਂਦਾ। ਸਾਹਿਬ ਕਹਿੰਦੇ ਇਸ ਲਈ ਪਹਿਲੋਂ ਕੀ ਕਰ, ਮਰਨ ਕਬੂਲ। ਜਦੋਂ ਮਰਨ ਕਬੂਲ ਕਰੇਗਾ, ਮਰਨ ਤਾਂ ਕਬੂਲਿਆ ਜਾਣਾ ਜੇ ਜੀਵਨ ਦੀ ਲਾਲਸਾ ਛੱਡਾਂਗੇ ਤੇ। ਪਰ ਜੀਵਨ ਦੀ ਲਾਲਸਾ ਕੌਣ ਛੱਡਣ ਨੂੰ ਤਿਆਰ? ਸਤਿਗੁਰੂ ਜੀ ਤੇ ਇੱਥੋਂ ਤੱਕ ਬਾਣੀ 'ਚ ਸਾਨੂੰ ਸਮਝਾਉਂਦੇ ਆ ਵੀ ਇਹ ਜਿਹੜੀ ਦੌੜ ਹੈ ਜਿਉਣ ਦੀ, ਇਹ ਤੇ ਇੰਨੀ ਕੁ ਲੱਗੀ ਹੋਈ ਹੈ ਵੀ ਅੱਜ ਤੱਕ ਸੰਸਾਰ ਤੇ ਕੋਈ ਐਸਾ ਜੀਵ ਨਹੀਂ ਜਿਹਨੇ ਜਿਉਣ ਦੀ ਆਸ ਛੱਡੀ ਹੋਵੇ। ਇੱਥੇ ਤੇ ਸਾਰਿਆਂ ਦੇ ਹਾਲਾਤ ਕੀ ਨੇ? ਰੱਜ ਨਾ ਕੋਈ ਜੀਵਿਆ, ਕੋਈ ਨਹੀਂ ਜਿਉਂਦਾ ਹੋਇਆ ਰੱਜਿਆ। ਹੁਣ ਜੀਵਨ ਦੀ ਆਸ ਨੂੰ ਛੱਡਣਾ ਮਤਲਬ ਫੇਰੀ ਜਿਹੜਾ ਬੰਦਾ ਜਿਉਣ ਦੀ ਆਸ ਛੱਡੇਗਾ ਮਰੇਗਾ ਉਹੀ ਨਾ। ਪਰ ਇੱਥੇ ਤੇ ਜੀਵਨ ਦੀ ਲਾਲਸਾ ਹੈ, ਜੀਵਿਆ ਲੋੜਾ ਸਭ ਕੋਏ। ਹਰ ਬੰਦਾ ਜਿਉਣਾ ਲੋੜਦਾ ਹੈ, ਹਰ ਬੰਦਾ ਜੀਵਨ ਲੋਚਦਾ ਹੈ, ਮਰਨਾ ਕੌਣ ਲੋਚਦਾ? ਮਾਲਕ ਕਹਿੰਦੇ ਵੀ ਨਹੀਂ, ਪਹਿਲੋਂ ਮਰਨਾ ਕਬੂਲ ਕਰ, ਜਿਉਣ ਦੀ ਆਸ ਛੱਡ, ਕਿਉਂਕਿ ਮਰੇਗਾ ਤੇ ਖੇ ਬਣੇਗਾ। ਜਿਉਂਦਾ ਖੇ ਨਹੀਂ ਤੂੰ ਬਣ ਸਕਦਾ। ਜਿੱਦਣ ਮਰ ਗਿਆ ਫਿਰ ਕੀ ਹੋਏਗਾ? ਹੋ ਸਭਨ ਕੀ ਰੇਣੁਕਾ। ਫਿਰ ਕੀ ਬਣ ਜਾਏਗਾ? ਰੇਣੁਕਾ। ਰੇਣੁਕਾ ਕਹਿੰਦੇ ਚਰਨ ਧੂੜ, ਮਿੱਟੀ ਕਹਿ ਲੋ। ਹੁਣ ਜਦੋਂ ਰੇਣੁਕਾ ਬਣ ਗਿਆ, ਰੇਣੁਕਾ ਚਰਨ ਧੂੜ ਬਣ ਗਿਆ, ਤੋ ਆਓ ਹਮਾਰੇ ਪਾਸ। ਇੱਥੇ ਵੀ ਇੱਕ ਭੇਦ ਹੈ। ਜਿਉਂਦਾ ਬੰਦਾ ਸਾਨੂੰ ਦਿਸਦਾ, ਮਰਨ ਤੋਂ ਬਾਅਦ ਚ ਜਾਂਦਾ ਕਿੱਥੇ? ਜੋਤੀ ਜੋਤ ਰਲੀ, ਮਤਲਬ ਰੱਬ ਜੀ ਦੀ ਜੋਤ ਜਿਹੜੀ ਸੀ ਉਹ ਰੱਬ ਜੀ ਦੇ ਵਿੱਚ ਸਮਾ ਗਈ। ਜਿਹਨੂੰ ਆਪਾਂ ਗੁਰੂ ਅਮਰਦਾਸ ਜੀ ਕੇ ਪਾਵਨ ਬਚਨਾਂ 'ਚ ਬੜੇ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਹੋ ਸਭਨ ਕੀ ਰੇਣੁਕਾ ਤਉ ਆਓ ਹਮਾਰੇ। ਮੇਰੇ ਵਿੱਚ ਤੇ ਤਾਂ ਸਮਾਏਗਾ ਜੇ ਮਰੇਗਾ। ਮਰਨ ਤੋਂ ਬਿਨਾਂ ਸਮਾ ਨਹੀਂ ਸਕਦਾ। ਮਰਨ ਤੋਂ ਬਿਨਾਂ ਰੱਬ ਜੀ ਵਿੱਚ ਸਮਾਇਆ ਨਹੀਂ ਜਾਣਾ, ਕਿਉਂਕਿ ਆਪਾ ਭਾਵ ਅਸੀਂ ਲੈ ਕੇ ਬੈਠੇ ਆ। ਆਪਣੀ ਹੋਂਦ ਛੱਡਾਂਗੇ ਤੇ ਉਹਦੀ ਹੋਂਦ ਕਬੂਲਾਂਗੇ ਨਾ। ਜਿੰਨਾ ਚਿਰ ਸਾਡੇ ਕੋਲ ਆਪਣੀ ਹੋਂਦ ਹੈ, ਅਸੀਂ ਉਹਦੀ ਹੋਂਦ ਕੀ ਕਬੂਲਾਂਗੇ? ਇੱਕ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਬਚਨ ਹੈ, ਮਾਲਕ ਜੀ ਕਹਿੰਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਪਾਣੀ ਨੇ ਆਪਣਾ ਆਪਾ ਖਤਮ ਕਰਤਾ ਨਾ। ਉਹਨੇ ਆਪਣਾ ਭਾਵ ਛੱਡਿਆ, ਕਿਹਦਾ ਰੰਗ ਚੜਿਆ? ਦੁੱਧ ਦਾ। ਪਾਣੀ ਦੇ ਵਿੱਚ ਭਾਵੇਂ ਪਾਣੀ ਦੀ ਬਾਲਟੀ ਭਰੀ ਹੋਵੇ, ਕੋਈ 4 ਬੂੰਦਾਂ ਉਹਦੇ ਚ ਦੁੱਧ ਦੀਆਂ ਪਾ ਦਿਓ, ਰੰਗ ਤਬਦੀਲ ਹੋ ਜਾਂਦਾ ਨਾ। ਪਾਣੀ ਆਪਣਾ ਆਪਾਂ ਛੱਡ ਗਿਆ, ਰੰਗ ਕਿਹਦਾ ਚੜ ਗਿਆ? ਦੁੱਧ ਦਾ। ਤੇ ਜੇ ਪਾਣੀ ਆਪਣਾ ਆਪਾਂ ਛੱਡੇ ਹੀ ਨਾ, ਦੁੱਧ ਦੀ ਰੰਗਤ ਚੜ ਸਕਦੀ ਹੈ? ਜਿਵੇਂ ਹੁਣ ਪਾਣੀ ਜਿੰਨਾ ਮਰਜ਼ੀ ਥੋੜਾ ਹੋਵੇ ਤੇ ਤੇਲ ਜਿੰਨਾ ਮਰਜ਼ੀ ਹੋਵੇ, ਉਹਦੇ ਚ ਪਾਣੀ ਪਾਓ, ਕਦੇ ਰਲੇ ਉਹ ਵੱਖਰਾ ਨਜ਼ਰ ਆ ਜਾਂਦਾ ਨਾ। ਕਿਉਂਕਿ ਇੱਕ ਨੇ ਆਪਣਾ ਭਾਵ ਨਹੀਂ ਛੱਡਿਆ, ਜਿੰਨੇ ਆਪਾ ਭਾਵ ਛੱਡਦਾ ਉਹ ਸਮਾ ਗਿਆ। ਸਾਹਿਬ ਕਹਿੰਦੇ ਮੇਰੇ ਵਿੱਚ ਤੇ ਤਾਂ ਸਮਾਏਗਾ ਜੇ ਆਪਾ ਭਾਵ ਛੱਡੇਗਾ। ਹੁਣ ਉੱਥੇ ਸਤਿਗੁਰੂ ਜੀ ਨੇ ਉਦਾਹਰਣ ਦਿੰਦੇ ਆਖਿਆ, ਕਹਿੰਦੇ ਜੈਸੇ ਜਲ ਦੁੱਧ
ਹੋਏ ਏਦਾਂ ਪ੍ਰੀਤ ਕਰ ਮਨਾ ਵੀ ਜਿਵੇਂ ਜਲ ਤੇ ਦੁੱਧ ਦੀ ਹੈ। ਮਤਲਬ ਜਲ ਦੀ ਪ੍ਰੀਤ ਜਿਵੇਂ ਦੁੱਧ ਨਾਲ ਹੈ, ਉਹ ਇੰਨੀ ਪ੍ਰੀਤ ਹੈ ਉਹਨੇ ਉਹਦੇ ਵਿੱਚ ਸਮਾਉਣ ਲੱਗਿਆ ਆਪਾ ਭਾਵ ਛੱਡਤਾ। ਜਦੋਂ ਪਾਣੀ ਨੇ ਆਪਾ ਭਾਵ ਛੱਡਿਆ, ਦੁੱਧ ਵਿੱਚ ਮਿਲਦਿਆਂ ਸਾਰ ਪਾਣੀ ਦੀ ਕੀਮਤ ਵੀ ਵੱਧ ਗਈ। ਤੇ ਜਿਹੜਾ ਜੀਵ ਰੱਬ 'ਚ ਮਿਲ ਜਾਏ, ਕੀਮਤ ਵੱਧਦੀ ਕਿ ਨਹੀਂ? ਜਿਹੜਾ ਜੀਵ ਅਕਾਲ ਪੁਰਖ ਪਰਮੇਸ਼ਵਰ ਵਿੱਚ ਆਪਣਾ ਆਪਾ ਸਮੋ ਲਏ, ਆਪਾ ਭਾਵ ਛੱਡ ਕੇ ਰੱਬ ਜੀ ਵਿੱਚ ਲੀਨ ਹੋ ਜਾਏ, ਮੁੱਲ ਵਧਿਆ ਕਿ ਨਹੀਂ ਵਧਿਆ? ਫਿਰ ਸੰਸਾਰ ਇੱਕ ਪਾਸੇ ਤੇ ਰੱਬ ਦਾ ਪਿਆਰਾ ਇੱਕ ਪਾਸੇ। ਹੈ ਕੋਈ ਸੰਸਾਰਕ ਵਸਤੂ ਮੁੜ ਕੇ ਜਿਹੜੀ ਉਸ ਬੰਦੇ ਦਾ ਮੁੱਲ ਪਾ ਸਕਦੀ ਹੋਵੇ? ਸਤਿਗੁਰੂ ਜੀ ਕੀ ਬਾਣੀ ਪੜੋ। ਮਾਲਕ ਜੀ ਕਹਿੰਦੇ ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਬੇਸ਼ੁਮਾਰ ਕੀਮਤੀ ਬਣ ਗਿਆ ਨਾ। ਕੌਣ? ਰੱਬ ਜੀ ਦੇ ਗੁਣਾਂ ਦਾ ਵਪਾਰ ਕਰਨ ਵਾਲਾ। ਤੇ ਜਿੰਨੇ ਆਪਣਾ ਆਪਾ ਰੱਬ ਜੀ ਵਿੱਚ ਸਮਾ ਲਿਆ, ਸਮੋਇਆ ਗਿਆ, ਜਿਹੜਾ ਉਹਦੇ ਵਿੱਚ ਲੀਨ ਹੋ ਗਿਆ, ਉਹਦਾ ਮੁੱਲ ਵੱਧ ਗਿਆ। ਸਾਹਿਬ ਜੀ ਨੇ ਅੱਜ ਆਖਿਆ ਵੀ ਸੱਜਣਾ ਆਪਾ ਭਾਵ ਖਤਮ ਕਰ। ਜਦੋਂ ਆਪਾ ਭਾਵ ਖਤਮ ਕਰ ਲਏਗਾ ਫਿਰ ਕੀ ਹੋਏਗਾ? ਹੋ ਸਭਨ ਕੀ ਰੇਣੁਕਾ ਤਾਓ ਆਓ ਹਮਾਰੇ ਪਾਸ। ਧੂੜੀ ਮੱਜਣ ਸਾਧ ਖੇ ਸਾਈਂ ਥੀਏ ਕਿਰਪਾਲ। ਜਦੋਂ ਰੱਬ ਜੀ ਕਿਰਪਾਲੂ ਹੁੰਦੇ ਨੇ, ਉਸ ਵਕਤ ਜਾ ਕੇ ਸਾਹਿਬ ਜੀ ਕਹਿੰਦੇ ਕਿ ਜੀਵ ਰੱਬ ਜੀ ਕੇ ਪਿਆਰਿਆਂ ਦੀ ਧੂੜੀ ਵਿੱਚ ਇਸ਼ਨਾਨ ਕਰਦਾ ਹੈ, ਮੱਜਣ ਕਰਦਾ ਹੈ। ਇੱਕ ਸਤਿਗੁਰੂ ਜੀ ਕੀ ਪਾਵਨ ਬਾਣੀ ਦਾ ਬਚਨ ਹੈ, ਉੱਥੇ ਵੀ ਜ਼ਿਕਰ ਕਰਦੇ ਆ। ਸਾਹਿਬ ਜੀ ਨੇ ਆਖਿਆ, ਕਹਿੰਦੇ ਜੇ ਕਿਤੇ ਤੂੰ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਆਪਾ ਭਾਵ ਪ੍ਰਗਟ ਕਰਨ ਦੀ ਬਜਾਏ, ਆਪਣੇ ਭਾਵ ਨੂੰ ਪ੍ਰਗਟਾਉਣ ਦੀ ਬਜਾਏ ਉਹਨੂੰ ਖਤਮ ਕਰ ਲਏ। ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਹੋਏ ਨਿਮਾਣਾ ਜਗ ਰਹੋ ਨਾਨਕ ਨਦਰੀ ਪਾਰ। ਪਰ ਗੱਲ ਸਭ ਤੋਂ ਵੱਡੀ ਇਹ ਹੈ, ਸਵਾਲ ਇੱਥੇ ਖੜੋਤਾ ਵੀ ਨੀਵਾਂ ਹੋਵੇ ਕਿਹੜਾ, ਨਿਵੇਂ ਕਿਹੜਾ? ਅਸੀਂ ਖੁਦ ਨੀਵਾਂ ਹੋਣਾ ਨਹੀਂ ਚਾਹੁੰਦੇ, ਦੂਜੇ ਨੂੰ ਨਿਵਾਉਣਾ ਚਾਹੁੰਦੇ ਹਾਂ। ਜੇ ਸਾਡੀ ਲਾਲਸਾ ਇਹ ਹੈ ਵੀ ਉਹ ਨਿਵੇ, ਤੇ ਅਗਲਾ ਕੀ ਧਾਰ ਕੇ ਬੈਠਾ? ਅਗਲਾ ਵੀ ਤੇ ਇਹੀ ਸੋਚ ਕੇ ਬੈਠਾ ਨਾ ਵੀ ਦੂਜਾ ਨਿਵੇ। ਸਤਿਗੁਰੂ ਜੀ ਦਾ ਪਾਵਨ ਬਚਨ ਆਪਾਂ ਪੜ੍ਹਦੇ ਆ, ਅਕਸਰ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬੋਲ ਹੈ, ਸਿਮਲ ਰੁਖ ਸਰਾਏ ਰਾ ਅਤ ਦੀਰਘ ਅਤ ਮੁੱਚ। ਓਏ ਜੇ ਆਵੇਂ ਆਸ ਕਰ, ਜਾਹੇ ਨਿਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸਭ ਕੋ ਨਿਵੈ ਆਪ ਕੋ, ਪਰ ਕੋ ਨਿਵੈ ਨਾ ਕੋਏ। ਧਰ ਤਰਾਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਸਤਿਗੁਰੂ ਜੀ ਨੇ ਦੋਵੇਂ ਪੱਖ ਰੱਖੇ। ਇੱਕ ਪਾਸੇ ਮਾਲਕ ਕਹਿੰਦੇ ਵੀ ਨਿਵ ਜਾਣਾ ਤੇਰਾ ਇਸ ਗੱਲ ਦਾ ਪ੍ਰਤੀਕ ਹੈ ਕਿ ਤੇਰੇ ਗੁਣ ਬਹੁਤ ਨੇ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਗੁਣਾਂ ਦੀਆਂ ਚੰਗਿਆਈਆਂ ਨੇ ਤੇਰੇ ਕੋਲ, ਤੇਰੇ ਫਲ ਬੜੇ ਰਸ ਵਾਲੇ ਨੇ, ਤੂੰ ਫਲਾਂ ਨਾਲ ਭਰਪੂਰ ਹੈ। ਤੇਰਾ ਨਿਵ ਜਾਣਾ ਇਸ ਗੱਲ ਦਾ ਪ੍ਰਤੀਕ ਹੈ।
ਫਿਰ ਸਭ ਕੋ ਨਿਵੇ ਆਪ ਕੋ, ਸਾਰੇ ਆਪਣੇ ਵਾਸਤੇ ਨਿਭਦੇ, ਦੂਜੇ ਵਾਸਤੇ ਕੌਣ ਨਿਭਦਾ? ਪਰ ਕੋ ਨਿਵੇ ਨਾ ਕੋਏ, ਪਰਾਏ ਵਾਸਤੇ ਕੋਈ ਨਹੀਂ ਨਿਵਿਆ। ਧਰ ਤਰਾਜੂ ਤੋਲੀਐ, ਗੁਰੂ ਸਾਹਿਬ ਕਹਿੰਦੇ ਵੀ ਜੇ ਤਰਾਜੂ ਉੱਤੇ ਰੱਖੀਏ, ਨਿਵੇ ਸੋ ਗੌਰਾ ਹੋਏ, ਉਥੇ ਨਿਵਣਾ ਚੰਗਿਆਈ ਦਾ ਪ੍ਰਤੀਕ ਹੈ, ਵੱਧ ਦਾ ਪ੍ਰਤੀਕ ਹੈ, ਵੱਡੇ ਦਾ ਪ੍ਰਤੀਕ ਹੈ, ਵੀ ਮੈਂ ਨਿਵ ਗਿਆ। ਪਰ ਦੂਜਾ ਪੱਖ ਰੱਖਿਆ, ਅਪਰਾਧੀ ਦੂਣਾ ਨਿਵੇ, ਕਹਿੰਦੇ ਫਿਰ ਇੱਕ ਉਹ ਵੀ ਨੇ ਜਿਹੜੇ ਅਪਰਾਧ ਕਰਨ ਵਾਸਤੇ ਨਿਵਦੇ ਨੇ ਤੇ ਉਹ ਲੇਫੀ ਜਾਂਦੇ ਨੇ। ਅਪਰਾਧੀ ਦੂਣਾ ਨਿਵੇ ਜਿਉ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਆ ਥੀਐ, ਜਰਦਹਿ ਕਸੁਧੇ ਜਾਹੇ। ਤੇਰਾ ਸਿਰ ਨਵਾਇਆ ਕੀ ਕਰੇਗਾ, ਹਿਰਦਾ ਤੇ ਕਠੋਰ ਲਈ ਫਿਰਦਾ। ਔਰ ਜੇ ਅੱਜ ਦੇ ਹਾਲਾਤਾਂ ਮੁਤਾਬਕ ਵੇਖੀਏ ਨਾ ਤੇ ਹਾਲਾਤ ਵਾਕਈ ਐਸੇ ਨੇ, ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਹੇ, ਸੀਸ ਨਿਵਾਇਆ ਕਿਆ ਥੀਐ, ਜਰਦਹਿ ਕਸੁਧੇ ਜਾਹੇ। ਹੁਣ ਮਨੁੱਖ ਹੋਵੇ ਤੇ ਅਗਲਾ ਮੰਨ ਵੀ ਲਏ ਵੀ ਇਹ ਭਾਈ ਸੱਚਮੁੱਚ ਨਿਵ ਗਿਆ, ਉਹ ਤੇ ਮਾਲਕ ਬੈਠਾ ਅੰਦਰ ਦੀਆਂ ਵੀ ਜਾਣਦਾ ਵੀ ਨਿਵਿਆ ਕਿ ਨਹੀਂ ਨਿਵਿਆ। ਉਹ ਪਰਮੇਸ਼ਵਰ ਤੇ ਸਾਡੇ ਹਿਰਦੇ ਦੀ ਅਵਸਥਾ ਤੱਕ ਨੂੰ ਸਮਝਦੇ ਨੇ, ਜਾਣਦੇ ਨੇ ਵੀ ਇਹ ਨਿਵਣ ਦਾ ਕੇਵਲ ਵਿਖਾਵਾ ਕਰ ਰਿਹਾ ਕਿ ਸੱਚਮੁੱਚ ਨਿਵ ਰਿਹਾ, ਉਹ ਤੇ ਜਾਣਦੇ ਨੇ। ਮਾਲਕ ਕਹਿੰਦੇ ਨਿਵਿਆ ਤੇਰਾ ਸੱਜਣਾ ਉਦਣ ਪ੍ਰਵਾਨਿਆ ਜਾਏਗਾ ਜਿਸ ਦਿਨ ਹਿਰਦੇ ਕਰਕੇ ਆਪਣੇ ਆਪ ਨੂੰ ਨਿਮਰਤਾ ਭਾਵ ਵਿੱਚ ਲੈ ਆਏਗਾ। ਤੇ ਇਹ ਉਦਣ ਆਏਗੀ ਜਿੱਦਣ ਰੱਬ ਜੀ ਰਹਿਮਤ ਕਰਨਗੇ। ਵੇਖੋ ਜਦੋਂ ਆਪਾਂ ਸਾਹਿਬ ਜੀ ਕੀ ਬਾਣੀ ਪੜ੍ਹਦੇ ਆ, ਮਾਲਕ ਜੀ ਨੇ ਬਾਣੀ ਵਿੱਚ ਬੜੀ ਵਾਰ ਜ਼ਿਕਰ ਕੀਤਾ ਕਿ ਆਪਣੇ ਆਪ ਨੂੰ ਨਿਮਰਤਾ ਭਾਵ ਵਿੱਚ ਲੈ ਆਈਏ, ਰੱਬ ਦੇ ਪਿਆਰਿਆਂ ਦੇ ਸੇਵਕ ਬਣ ਜਾਈਏ, ਰੱਬ ਜੀ ਦੇ ਪਿਆਰਿਆਂ ਦੀ ਚਰਨ ਧੂੜੀ ਅਸੀਂ ਲੋਚਦੇ ਆ। ਸਤਿਗੁਰੂ ਜੀ ਬਾਰ-ਬਾਰ ਇਸ ਗੱਲ ਦਾ ਪ੍ਰਗਟਾਵਾ ਕਰਦੇ, ਪਰ ਨਾਲ ਬਾਪੂ ਜੀ ਜ਼ਿਕਰ ਕਰਦੇ ਆ ਇਹ ਵੀ ਕਹਿੰਦੇ ਵੀ ਸਾਹਿਬ ਜੀਓ ਇਹ ਸਾਰਾ ਕੁਝ ਤੇਰੀ ਰਹਿਮਤ ਤੋਂ ਬਿਨਾ ਨਹੀਂ ਜੇ ਮਿਲਦਾ। ਰੱਬ ਜੀ ਦੇ ਪਿਆਰਿਆਂ ਅੱਗੇ ਨਿਵਣਾ, ਰੱਬ ਜੀ ਦੇ ਪਿਆਰਿਆਂ ਦੀ ਚਰਨ ਧੂੜ ਬਣ ਜਾਣਾ, ਇਹ ਸਾਰਾ ਕੁਝ ਹੁਣ ਐਡਾ ਵੱਡਾ ਕੋਈ ਜਿਗਰਾ ਕਰੇ ਤੇ ਨਿਵੇ ਨਾ। ਜਿਹੜਾ ਵੱਡਾ ਹਿਰਦਾ ਕਰੇਗਾ ਉਹ ਨਿਵੇਗਾ। ਅੱਜ ਦੇ ਸਮੇਂ 'ਚ ਤੇ ਬੜੀ ਹੈਰਾਨੀਜਨਕ ਬਾਤ ਹੈ ਕਿ ਕੋਈ ਨਿਵ ਜਾਏ। ਗੁਰੂ ਅਰਜਨ ਸਾਹਿਬ ਜੀ ਨੂੰ ਪੜ੍ਹੋ, ਅੰਤਰਜਾਮੀ ਪੁਰਖ ਵਿਦਾਤੇ। ਮਨ ਦੀ ਸ਼ਰਧਾ ਕੀ, ਸ਼ਰਧਾ ਮਨ ਕੀ ਪੂਰੇ। ਹੁਣ ਜਦੋਂ ਮਨ ਦੀ ਸ਼ਰਧਾ ਦੀ ਗੱਲ ਆਈ ਉਦੋਂ ਇਹ ਥੋੜੇ ਵੀ ਰੱਬਾ ਮੈਨੂੰ ਉੱਚਾ ਚੁੱਕ ਲਾ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੈਨੂੰ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਬਣਾ ਦੇ। ਬਾਬਾ ਕਬੀਰ ਜੀ ਨੂੰ ਪੜ੍ਹੋ, ਉਹਨਾਂ ਦਾ ਨਾ ਜਦੋਂ ਬਚਨ ਪੜ੍ਹਦੇ ਨਾ ਵਾਕਈ ਨਿਮਰਤਾ ਭਾਵ ਦਾ ਜਦੋਂ ਪ੍ਰਗਟਾਵਾ ਕੀਤਾ ਤੇ ਬਾਬਾ ਕਬੀਰ ਸਾਹਿਬ ਜੀ ਨੇ ਬੜੇ ਪਿਆਰੇ ਬੋਲ ਵਰਤੇ। ਕਹਿੰਦੇ ਕਬੀਰ ਸੁਪਨੇ ਹੂੰ ਬੁਰੜਾਈ ਕਹਿ, ਜਿਹੇ ਮੁਖ ਨਿਕਸੈ ਰਾਮ। ਇੱਥੇ ਤੇ ਅੱਗੇ ਨਿਵਣਾ ਬੜਾ ਔਖਾ ਤੇ ਚੰਮ ਦੀਆਂ ਜੁੱਤੀਆਂ ਕਿੱਥੋਂ ਬਣਾ ਲਾਂਗੇ। ਬਾਬਾ ਜੀ ਕਹਿੰਦੇ ਤਾਕੇ ਪੱਗ ਕੀ ਪਨ ਹੀ, ਮੇਰੇ ਤਨ ਕੋ ਚਾਮ। ਵੀ ਮੈਂ ਆਪਣੇ ਤਨ ਦਾ ਚੰਮ ਉਹਨਾਂ ਦੇ ਪੈਰਾਂ ਵਿੱਚ ਜੋੜੇ ਪਾਉਣ ਵਾਸਤੇ ਨਾ ਵਰਤ ਲਾਂਗਾ। ਹੁਣ ਇਦੋਂ ਨਿਮਰਤਾ ਭਾਵ ਕੀ ਹੋਏ।
ਬੜਾ ਪਿਆਰਾ ਜ਼ਿਕਰ ਕਰ ਰਹੇ, ਨਿਮਰਤਾ ਭਾਵ ਦਾ ਪ੍ਰਗਟਾਵਾ ਕਰ ਰਹੇ ਨੇ। ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪੜ੍ਹੋ, ਕਹਿੰਦੇ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਗਰਭ ਦੇ ਵਿੱਚ ਹੀ ਗਲਦੇ ਕਿ ਨਹੀਂ? ਹੰਕਾਰ ਚ ਸੜਦੇ ਕਿ ਨਹੀਂ? ਫਿਰ ਉਹ ਪਰਮੇਸ਼ਵਰ ਜੀ ਨਾ ਜਿੰਨਾ ਚਿਰ ਕਿਰਪਾਲੂ ਹੈ ਨਾ, ਦਇਆਲੂ ਹੈ, ਉਹ ਦਇਆਵਾਨ ਹੈ, ਉਹਨਾਂ ਕੁ ਚਿਰ ਤੇ ਜੀਵ ਇਹੀ ਹੈ ਵੀ ਜਿੰਨਾ ਚਿਰ ਉਹ ਦਇਆਲੂ ਹੈ, ਜੀਵ ਉਹਦਾ ਸ਼ੁਕਰਾਨਾ ਕਰਦਾ ਰਹੇ ਵੀ ਰੱਬ ਜੀ ਤੂੰ ਦਇਆਲੂ ਹੈ ਤੇ ਮੈਂ ਤੇਰਾ ਸ਼ੁਕਰਗੁਜ਼ਾਰ ਹਾਂ। ਵੀ ਉਹ ਪਰਮੇਸ਼ਵਰ ਅੱਗੇ ਅਸੀਂ ਨਿਵੇ ਰਹੀਏ, ਬਸ ਇੰਨੇ ਕੁ ਆਪਣੇ ਆਪ ਨੂੰ ਨੀਵਾਂ ਰੱਖੀਏ, ਆਪਣੇ ਆਪ ਨੂੰ ਇੰਨਾ ਕੁ ਨਿਭਾ ਲਈਏ ਵੀ ਰੱਬ ਜੀ ਦੀ ਰਹਿਮਤ ਵਰਤਦੀ ਰਹੇ। ਕਿਉਂਕਿ ਜਿਸ ਦਿਨ ਅਸੀਂ ਆਪਣਾ ਆਪਾ ਚੁੱਕ ਲੈਨੇ ਆ ਨਾ, ਉਦਣ ਹੀ ਉਹਦੀ ਰਹਿਮਤ ਤੋਂ ਸਖਣੇ ਹੋ ਜਾਈਦਾ। ਨਿਵੇ ਰਹਿਣ ਵਿੱਚ ਹੀ ਭਲਾ ਹੈ, ਨਿਵੇ ਰਹਿਣ ਵਿੱਚ ਹੀ ਭਲਾਈ ਹੈ, ਕਿਉਂਕਿ ਜਿਸ ਦਿਨ ਆਪਣਾ ਆਪਾਂ ਚੁੱਕਦੇ ਆ ਉਸੇ ਦਿਨ ਹੀ ਸਖਣੇ ਹੋ ਜੀਦਾ, ਉਹਦੀ ਬਖਸ਼ਿਸ਼ ਤੋਂ ਕਹਿ ਲੋ। ਤੇ ਸਾਹਿਬ ਜੀ ਕਹਿੰਦੇ ਸਾਈਂ ਨੇ ਕਿਰਪਾ ਕੀਤੀ, ਰੱਬ ਜੀ ਨੇ ਰਹਿਮਤ ਵਰਤਾਈ। ਕਹਿੰਦੇ ਸਾਧੂਆਂ ਦੀ ਧੂੜੀ ਵਿੱਚ ਮੈਨੂੰ ਰੱਬ ਜੀ ਦੇ ਪਿਆਰਿਆਂ ਦੀ ਧੂੜੀ ਵਿੱਚ ਮੱਜਣ ਕਰਨ ਦਾ ਸੁਭਾਗ ਮਿਲਿਆ। ਰੱਬ ਜੀ ਦੇ ਪਿਆਰਿਆਂ ਦੀ ਧੂੜੀ ਵਿੱਚ ਇਸ਼ਨਾਨ ਕੀਤਾ। ਔਰ ਕਹਿੰਦੇ ਇਹ ਨਹੀਂ ਵੀ ਹੁਣ ਉਹਦੇ 'ਚ ਇਸ਼ਨਾਨ ਕਰਕੇ ਮੈਂ ਬੜਾ ਕੁਝ ਗਵਾ ਲਿਆ। ਅਕਸਰ ਜੇ ਕੋਈ ਮਿੱਟੀ ਵਿੱਚ ਇਸ਼ਨਾਨ ਕਰੇ, ਧੂੜੀ ਵਿੱਚ ਆਪਣਾ ਆਪਾ ਲੈ ਜਾਏ ਤੇ ਕਹਿੰਦਾ ਮੇਰਾ ਬੜਾ ਕੁਝ ਗਵਾਚ ਗਿਆ, ਮੇਰਾ ਆ ਵੀ ਕੁਝ ਮਿੱਟੀ 'ਚ ਰਲ ਗਿਆ, ਆ ਵੀ ਕੁਝ ਅਸੀਂ ਜਦੋਂ ਕਿਸੇ ਚੀਜ਼ ਨੂੰ ਖੋ ਲੈਨੇ ਆ ਨਾ, ਗਵਾ ਲੈਨੇ ਆ, ਤੇ ਸਾਡੀ ਰਸਨਾ ਤੋਂ ਸਹਿਜ ਸੁਭਾਅ ਲਫ਼ਜ਼ ਨਿਕਲਦੇ ਵੀ ਇਹ ਤਾਂ ਸਾਰਾ ਕੁਝ ਖੇ ਹੀ ਹੋ ਗਿਆ, ਧੂੜੀ ਵਿੱਚ ਹੀ ਮਿਲ ਗਿਆ, ਮਿੱਟੀ 'ਚ ਹੀ ਰੁਲ ਗਿਆ। ਅਸੀਂ ਅਕਸਰ ਇਹ ਲਫ਼ਜ਼ ਵਰਤਦੇ ਆ। ਤੇ ਬਾਪੂ ਜੀ ਨੇ ਪਤਾ ਕੀ ਆਖਿਆ? ਕਹਿੰਦੇ ਜਿੱਦਣ ਮੈਂ ਰੱਬ ਦੇ ਪਿਆਰਿਆਂ ਦੀ ਧੂੜੀ ਵਿੱਚ, ਰੱਬ ਜੀ ਦੇ ਪਿਆਰਿਆਂ ਦੀ ਸੰਗਤ ਵਿੱਚ, ਚਰਨ ਧੂੜ ਵਿੱਚ ਗਿਆ ਨਾ, ਮੇਰਾ ਕੁਝ ਗਵਾਚਿਆ ਨਹੀਂ, ਮੈਨੂੰ ਉੱਥੋਂ ਲੱਭਾ ਬਹੁਤ ਕੁਝ ਹੈ, ਮਿਲਿਆ ਬਹੁਤ ਕੁਝ ਹੈ। ਤੇ ਆਖਿਆ ਕਿ ਕੋਈ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਕਹਿੰਦੇ ਲੱਧੇ ਹੱਬੇ ਥੋਕੜੇ, ਸਾਰੀਆਂ ਚੀਜ਼ਾਂ ਹੀ ਲੱਭ ਗਈਆਂ ਉੱਥੇ। ਹਰ ਪਦਾਰਥ, ਹਰ ਵਸਤੂ, ਹੁਣ ਹਰ ਪਦਾਰਥ ਵਸਤੂ 'ਚ ਅਸੀਂ ਕੁਝ ਕਹਿ ਲਈਏ, ਜ਼ਿੰਦਗੀ ਦਾ ਸੁੱਖ ਮਿਲ ਗਿਆ, ਜ਼ਿੰਦਗੀ ਦਾ ਚੈਨ ਮਿਲ ਗਿਆ, ਜੀਵਨ ਦਾ ਆਨੰਦ ਮਿਲ ਗਿਆ, ਜੀਵਨ ਦੀ ਹਰ ਵਸਤੂ ਮਿਲ ਗਈ, ਹਰ ਪਦਾਰਥ ਮਿਲ ਗਿਆ। ਕਿੱਥੋਂ ਮਿਲਿਆ? ਰੱਬ ਦੇ ਪਿਆਰਿਆਂ ਦੀ ਧੂੜੀ ਵਿੱਚੋਂ, ਉਹਨਾਂ ਦੀ ਸੰਗਤ ਵਿੱਚੋਂ। ਲੱਧੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ, ਆ ਧਨ ਵੀ ਲੱਭਾ ਉਥੋਂ, ਮਾਲ ਖਜ਼ਾਨੇ, ਇਹ ਸਾਰਾ ਕੁਝ ਮੈਨੂੰ ਨਾ ਧੂੜੀ ਚੋਂ ਲੱਭਾ। ਕਿਹੜੀ ਧੂੜੀ ਚੋਂ ਲੱਭਾ? ਰੱਬ ਜੀ ਦੇ ਪਿਆਰਿਆਂ ਦੀ ਸੰਗਤ ਦੀ। ਇਸ ਤਰੀਕੇ ਨਾਲ ਅੱਜ ਗੁਰੂ ਅਰਜਨ ਸਾਹਿਬ ਜੀ ਦੱਖਣੇ ਰੂਪ ਚ ਜੋ ਲਫ਼ਜ਼ ਵਰਤ ਰਹੇ, ਉਹਦੇ ਵਿੱਚ ਸਮਝਾਇਆ ਵੀ ਜੋ ਬਖਸ਼ਿਸ਼, ਜੋ ਰਹਿਮਤ ਹੈ, ਉਹ ਸਾਰੀ ਬਖਸ਼ਿਸ਼, ਉਹ ਰਹਿਮਤ ਰੱਬ ਜੀ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠਿਆਂ ਮਿਲਦੀ ਹੈ। ਪਰ ਜੇ ਕਿਤੇ ਸੰਗਤ ਵਿੱਚ ਜੀਵ ਨਿਮਰਤਾ ਭਾਵ ਨਾਲ ਬਹਿ ਜਾਏ, ਨਿਮਰਤਾ ਭਾਵ ਨਾਲ ਉਸ ਸੰਗਤ ਵਿੱਚ, ਉਸ ਸੰਗ ਵਿੱਚ ਆ ਜਾਏ, ਜਦੋਂ ਨਿਮਰਤਾ ਭਾਵ ਨਾਲ ਸੰਗ ਵਿੱਚ ਆਉਂਦਾ ਤੇ ਉਦੋਂ ਸਾਰੀਆਂ ਬਖਸ਼ਿਸ਼ਾਂ, ਸਾਰੇ ਖਜ਼ਾਨੇ, ਹਰ ਇੱਕ ਦਾਤ, ਧਨ ਮਾਲ, ਵਸਤੂ ਪਦਾਰਥ, ਸਭ ਕੁਝ ਉਸ ਸੰਗਤ ਵਿੱਚੋਂ ਜੀਵ ਲੈ ਜਾਂਦਾ ਹੈ। ਸ਼ੰਤ ਸੁੰਦਰ ਸੁਆਮੀ ਧਾਮ, ਭਗਤ ਬਿਸਰਾਮ, ਆਸਾ ਲਗ ਜੀਵਤੇ ਜਿਉ,
ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਉ। ਕਹਿੰਦੇ ਸ਼ੰਤ ਰੂਪ ਵਿੱਚ ਜੋ ਲਫ਼ਜ਼ ਵਰਤ ਰਹੇ, ਸੁੰਦਰ ਸੁਆਮੀ ਧਾਮ, ਜਿਹੜਾ ਅਕਾਲ ਪੁਰਖ ਪਰਮੇਸ਼ਵਰ ਜੀ ਸੁਆਮੀ ਜੀ ਬੜੇ ਸੁੰਦਰ ਨੇ ਨਾ, ਧਾਮ ਉਹਨਾਂ ਦਾ ਘਰ ਵੀ ਬੜਾ ਸੁੰਦਰ ਹੈ। ਪਰ ਉਸ ਘਰ ਦੇ ਵਿੱਚ ਨਾ ਵਿਸ਼ਰਾਮ ਹਰ ਕਿਸੇ ਨੂੰ ਨਹੀਂ ਮਿਲਦਾ। ਆਪਾਂ ਹੁਣ ਤੁਰੇ ਜਾਈਏ, ਕਿ ਕਿਸੇ ਵੀ ਘਰ ਦਾ ਦਰਵਾਜ਼ਾ ਖੜਕਾ ਕੇ ਅਸੀਂ ਅੰਦਰ ਵੜ ਜਾਾਂਗੇ ਤੇ ਜਾਂ ਅਗਲਾ ਸਾਨੂੰ ਵੜਨ ਦੇਗਾ? ਜੇ ਆਪਾਂ ਸੰਸਾਰਕ ਤੌਰ ਤੇ ਵੀ ਗੱਲ ਕਰੀਏ, ਆਪਾਂ ਤੁਰੇ ਜਾਂਦੇ ਕਿਸੇ ਏਰੀਏ 'ਚ ਚਲੇ ਗਏ, ਉੱਥੇ ਜਾ ਕੇ ਹਾਂ ਕਿਸੇ ਨੂੰ ਐਡਰੈਸ ਪੁੱਛਣਾ, ਪਤਾ ਪੁੱਛਣਾ, ਦਰਵਾਜ਼ਾ ਖੜਕਾ ਕੇ ਅਸੀਂ ਡੋਰ ਬੈਲ ਵਜਾ ਕੇ ਤੇ ਉਹਨਾਂ ਨੂੰ ਬਾਹਰ ਸੱਦ ਲਿਆ। ਉਹਨੂੰ ਇਹ ਤੇ ਕਹਿ ਸਕਦੇ ਹਾਂ ਵੀ ਸੱਜਣਾ ਵੀ ਆ ਪਤਾ ਦੱਸ ਦੇ, ਪਰ ਉਹਨੂੰ ਇਹ ਨਹੀਂ ਵੀ ਪਰਾਂ ਹੋ ਅਸੀਂ ਤੇਰੇ ਘਰ 'ਚ ਬਹਿਣਾ। ਇੱਦਾਂ ਹੋ ਸਕਦਾ? ਕਿਹੜੇ ਘਰ 'ਚ ਥਾਂ ਮਿਲਦੀ? ਜਿਸ ਘਰ ਦੇ ਵਿੱਚ ਕੋਈ ਜਾਣਦਾ ਹੋਵੇ, ਉਹ ਘਰ 'ਚ ਥਾਂ ਮਿਲਦੀ, ਟਿਕਾਣਾ ਮਿਲਦਾ। ਜਿਸ ਘਰ ਵਿੱਚ ਕਿਸੇ ਨਾਲ ਸਾਂਝ ਹੋਵੇ, ਉਹ ਘਰ ਵਿੱਚ ਟਿਕਾਣਾ ਮਿਲਦਾ, ਵਿਸ਼ਰਾਮ ਮਿਲਦਾ। ਜਿੱਥੇ ਸਾਂਝ ਹੀ ਨਾ ਹੋਵੇ, ਉੱਥੇ ਅਗਲੇ ਦਰਵਾਜ਼ੇ ਤੋਂ ਹੀ ਮੋੜ ਦਿੰਦੇ, ਗੇਟ ਤੋਂ ਹੀ ਮੋੜ ਦਿੰਦੇ ਵੀ ਜਾ ਭਾਈ, ਸਾਡਾ ਤੇਰੇ ਨਾਲ ਸੰਬੰਧ ਹੀ ਕੋਈ ਨਹੀਂ। ਮਾਲਕ ਕਹਿੰਦੇ ਸੁੰਦਰ ਸੁਆਮੀ ਧਾਮ, ਰੱਬ ਜੀ ਦੇ ਜਿਹੜਾ ਘਰ ਹੈ ਨਾ, ਦਰ ਹੈ ਜਿਹੜਾ, ਉਹ ਘਰ ਬੜਾ ਸੋਹਣਾ। ਪਰ ਉਸ ਘਰ ਵਿੱਚ ਇਜਾਜ਼ਤ ਸਾਰਿਆਂ ਨੂੰ ਨਹੀਂ ਹੈ ਵੀ ਜਿਹੜਾ ਮਰਜ਼ੀ ਆ ਜੇ, ਨਹੀਂ। ਉਸ ਘਰ 'ਚ ਵਿਸ਼ਰਾਮ ਕਿਹਨੂੰ ਮਿਲਦਾ ਹੈ? ਕਹਿੰਦੇ ਭਗਤਾਂ ਵਿਸ਼ਰਾਮ, ਟਿਕਾਣਾ ਉਹਨਾਂ ਨੂੰ ਮਿਲਿਆ ਜਿਹੜੇ ਉਹਦੇ ਪਿਆਰੇ ਬਣ ਗਏ, ਭਗਤ ਜਨ ਬਣੇ। ਦਰ ਦੇ ਉੱਤੇ ਆਉਣ ਵਾਲੇ ਤੇ ਕਈ ਨੇ, ਦਰਵਾਜ਼ੇ ਉੱਤੇ ਆਉਣ ਵਾਲੇ ਕਈ ਨੇ, ਗੇਟ ਉੱਤੇ ਆਉਣ ਵਾਲੇ ਕਈ ਨੇ, ਉਹਦੇ ਦਰ ਤੇ ਉਹਦੇ ਘਰ ਵਿੱਚ ਆਉਣ ਵਾਲੇ ਕਈ ਨੇ, ਪਰ ਘਰ ਵਿੱਚ ਟਿਕਾਣਾ ਕਿਸੇ ਕਿਸੇ ਨੂੰ ਮਿਲਦਾ ਹੈ। ਮੰਨ ਲਓ ਵੀ ਅਸੀਂ ਕਿਸੇ ਵੀ ਅਹੁਦੇਦਾਰ ਕੋਲ ਗਏ, ਹੁਣ ਉਹਦਾ ਇੱਕ ਅਹੁਦਾ ਹੈ, ਉਹ ਇੱਕ ਪੋਸਟ ਤੇ ਬੈਠਾ, ਤੇ ਉਹ ਜਿਹੜਾ ਪੋਸਟ ਤੇ ਬੈਠਾ ਹੈ ਉਸ ਕੋਲ ਜਾਣ ਵਾਲੇ ਕਈ ਨੇ। ਭਾਵੇਂ ਉਹ ਸਾਰਾ ਦਿਨ ਆਪਣੀ ਕੁਰਸੀ ਤੇ ਆਪਣੇ ਅਹੁਦੇ ਤੇ ਬੈਠਾ ਹੋਵੇ ਤੇ ਉਹਦੇ ਕੋਲ ਸਾਰਾ ਦਿਨ ਲਾਈਨ ਲੱਗੀ ਰਹੇਗੀ, ਕਿੰਨੇ ਜਾਣਗੇ? ਪਰ ਉਹਨਾਂ ਵਿੱਚੋਂ ਆਪਣੇ ਕੋਲ ਬਹਿਣ ਵਾਸਤੇ ਉਹ ਕਿਸੇ ਕਿਸੇ ਨੂੰ ਕਹਿੰਦਾ, ਕਿਹਨੂੰ? ਜਿਹਦੇ ਨਾਲ ਸਾਂਝ ਚੰਗੀ ਹੈ, ਹੁਣ ਵੀ ਤੁਸੀਂ ਬੈਠੋ। ਤੇ ਜਿਨ੍ਹਾਂ ਨਾਲ ਸਾਂਝ ਚੰਗੀ ਨਹੀਂ ਹੈ, ਉਹਨਾਂ ਨਾਲ ਹੋ ਤੇ ਸਕਦਾ ਵੀ ਉਹ ਬੋਲ ਚਾਲ ਲਵੇ, ਕਰ, ਉਹਨਾਂ ਨੂੰ ਪੁੱਛ ਲਏ, ਉਹਨਾਂ ਤੋਂ ਕੁਝ ਪੁੱਛ ਲਏ ਜਾਂ ਉਹਨਾਂ ਨੂੰ ਕੁਝ ਦੱਸ ਦੇ, ਇਹ ਤੇ ਹੋ ਸਕਦਾ ਹੈ। ਪਰ ਉਹਨਾਂ ਨੂੰ ਕਦੇ ਬਹਿਣ ਵਾਸਤੇ ਨਹੀਂ ਆਖੇਗਾ ਵੀ ਮੇਰੇ ਕੋਲ ਬਹਿ ਜਾਓ। ਤੇ ਜੇ ਉਹੀ ਬੰਦਾ ਜਿਹੜਾ ਹੁਣ ਗਿਆ ਤੇ ਹੈ ਪਰ ਉਹਦੇ ਨਾਲ ਸਾਂਝ ਨਹੀਂ, ਹੁਣ ਉਹਦੇ ਨਾਲ ਸਾਂਝ ਪਾਉਣ ਲਈ ਨਾ ਅਗਾਂਹ ਕਿਸੇ ਦੀ ਸਿਫਾਰਿਸ਼ ਲੈ ਕੇ ਜਾਂਦਾ ਵੀ ਮੇਰਾ ਜ਼ਿਕਰ ਕਰੀ, ਵੀ ਜਦੋਂ ਤੂੰ ਉਹਦੇ ਕੋਲ ਜਾਵੇਂ ਤੂੰ ਮੇਰਾ ਜ਼ਿਕਰ ਕਰ ਦੇਈਂ। ਫਿਰ ਜਾ ਕੇ ਉਹ ਸਭ ਤੋਂ ਪਹਿਲਾਂ ਵੀ ਮੈਨੂੰ ਫਲਾਣੇ ਨੇ ਭੇਜਿਆ, ਉਹ ਫਿਰ ਕਹਿੰਦਾ ਵੀ ਆ ਬਹਿ, ਵੀ ਉਹਦੇ ਨਾਲ ਤੇ ਮੇਰੀ ਸਾਂਝ ਹੀ ਬੜੀ ਹੈ, ਉਹ ਬਿਠਾ ਲੈਂਦਾ। ਹੁਣ ਜਿਹੜਾ ਬੰਦਾ ਗਿਆ ਉਹਦੀ ਸਾਂਝ ਨਹੀਂ ਹੈ, ਉਹ ਕਿਸੇ ਥਰੂ ਗਿਆ,
ਉਹਨੇ ਉਹਨੂੰ ਵੀ ਬਿਠਾ ਲਿਆ ਵੀ ਆ ਜਾ ਬਹਿ ਜਾ। ਇਹ ਮੈਂ ਬੇਨਤੀ ਤਾਂ ਕਰ ਰਿਹਾ, ਰੱਬ ਜੀ ਦੇ ਦਰ ਤੇ ਆਉਣ ਵਾਲੇ ਕਈ ਨੇ। ਹਰ ਬੰਦਾ ਰੱਬ ਜੀ ਦੇ ਦਰ ਤੇ ਆਉਂਦਾ, ਰੱਬ ਜੀ ਦੇ ਘਰ ਵਿੱਚ ਆਉਂਦਾ, ਧਰਮ ਅਸਥਾਨ ਤੇ ਆਉਂਦਾ। ਅਸੀਂ ਇਹਨੂੰ ਰੱਬ ਦਾ ਘਰ ਹੀ ਕਹਿੰਦੇ ਨਾ। ਇੱਥੇ ਆਇਆ, ਆਉਣ ਵਾਲੇ ਕਈ ਨੇ, ਪਰ ਇੱਥੇ ਟਿਕਾਣਾ ਕਿਸੇ ਕਿਸੇ ਨੂੰ ਮਿਲਿਆ। ਬੈਠੇ ਵੀ ਸਾਰੇ, ਸੁਣਿਆ ਵੀ ਸਾਰਿਆਂ ਨੇ, ਉਹਨੇ ਵੀ ਸਾਰਿਆਂ ਦੀ ਸੁਣੀ, ਪਰ ਟਿਕਾਣਾ ਕਿਹਨੂੰ ਮਿਲਿਆ? ਜਿਹੜਾ ਤੇ ਉਹਦਾ ਪਿਆਰਾ ਗਿਆ ਬਣ, ਜਾਂ ਜਿੰਨੇ ਆਪਾਂ ਉਹਦੇ ਨਾਲ ਜੋੜਿਆ ਸੀ, ਉਹਨੂੰ ਤੇ ਵਿਸ਼ਰਾਮ ਮਿਲ ਗਿਆ। ਫਿਰ ਜਾਂ ਉਹਨੂੰ ਵਿਸ਼ਰਾਮ ਮਿਲਦਾ ਜਿਹੜਾ ਸਿਫਾਰਿਸ਼ ਲੈ ਕੇ ਆਉਂਦਾ। ਸਿਫਾਰਿਸ਼ ਕਿਹਦੀ? ਗੁਰੂ ਦੀ। ਜੀ ਮੈਨੂੰ ਮੇਰੇ ਗੁਰੂ ਨੇ ਭੇਜਿਆ। ਸਾਹਿਬ ਕਹਿੰਦੇ ਸੁੰਦਰ ਸੁਆਮੀ ਧਾਮ, ਰੱਬ ਜੀ ਦਾ ਘਰ ਜਿਹੜਾ ਉਹ ਬੜਾ ਸੋਹਣਾ, ਬੜਾ ਸੁੰਦਰ ਹੈ, ਪਰ ਇਹਦੇ ਵਿੱਚ ਵਿਸ਼ਰਾਮ ਮਿਲਦਾ ਭਗਤਾਂ ਵਿਸ਼ਰਾਮ। ਉਹਨਾਂ ਨੂੰ ਵਿਸ਼ਰਾਮ ਮਿਲਿਆ ਜਿਹੜੇ ਉਹਦੇ ਭਗਤ ਜਨ ਬਣੇ। ਆਸਾ ਲੱਗ ਜੀਵ ਤੇ ਜੀਓ, ਜਿਹੜੇ ਜਿਉਂਦੇ ਤੇ ਹੈਨ ਪਰ ਉਸੇ ਦੀ ਆਸ ਤੇ ਜਿਉਂਦੇ, ਉਹਨਾਂ ਨੂੰ ਦੂਜੇ ਦੀ ਆਸ ਨਹੀਂ ਹੈ। ਜਿਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਜਿਹ ਦਰ ਆਵਤ ਜਾਤਿਓ, ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋਡੀਐ, ਜੋ ਦਰ ਐਸਾ ਹੋਏ। ਉੱਥੇ ਤੇ ਸੁਣੀ ਸਾਰਿਆਂ ਦੀ ਜਾਣੀ। ਕਿ ਜਿਹਨੂੰ ਪਤਾ, ਜਿਹੜਾ ਜਾਣਦਾ, ਜਿੰਨੇ ਸਾਂਝ ਬਣਾ ਲਈ, ਜਿਹਨੂੰ ਇੱਥੇ ਹਰ ਅਰਦਾਸ ਅਰਜ਼ੋਈ ਸੁਣੀ ਜਾਏਗੀ, ਪ੍ਰਵਾਨੀ ਜਾਏਗੀ। ਫਿਰ ਉਹ ਕੀ ਆਖਦਾ? ਬਾਹਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋਂ ਲੈ। ਮੈਂ ਛੱਡਣਾ ਨਹੀਂ, ਕਿਉਂਕਿ ਜਿਹੜਾ ਅਦਬ, ਜਿਹੜਾ ਸਤਿਕਾਰ ਤੇਰੇ ਘਰ ਚ ਮਿਲਿਆ, ਉਹ ਕਿਤੇ ਹੋਰ ਥੋੜੀ ਮਿਲਣਾ। ਜਿਹੜੀ ਰਿਸਪੈਕਟ, ਜਿਹੜਾ ਅਦਬ, ਜਿਹੜਾ ਸਤਿਕਾਰ, ਜਿਹੜਾ ਮਾਣ ਤੇਰੇ ਦਰ ਤੋਂ ਮਿਲਿਆ, ਉਹ ਕਿਸੇ ਹੋਰ ਥੋੜੀ ਦੇ ਦੇਣਾ। ਜਿੰਨੇ ਸਮਝ ਲਿਆ ਉਹ ਕਹਿੰਦਾ ਵੀ ਮੈਂ ਨਹੀਂ ਛੱਡ ਕੇ ਜਾਣਾ। ਰੱਬਾ ਜੇ ਤੂੰ ਚਾਹੁੰਨੇ ਵੀ ਮੈਂ ਛੱਡ ਕੇ ਜਾਵਾਂ, ਤੇ ਮੇਰੀ ਅਰਜ਼ੋਈ ਹੈ ਤੇਰੇ ਅੱਗੇ, ਪ੍ਰਵਾਨ ਕਰੀ, ਮੇਰੀ ਜਿੰਦ ਨਿਕਲ ਜੇ, ਪਰ ਮੈਂ ਦਰ ਨਹੀਂ ਛੱਡਣਾ, ਤੇਰੇ ਘਰ ਚੋਂ ਨਹੀਂ ਜਾਣਾ। ਇੱਥੇ ਤੇ ਵਿਸ਼ਰਾਮ ਬੜਾ, ਟਿਕਾਣਾ ਇੱਥੇ ਆਰਾਮ ਹੀ ਬੜਾ। ਇੱਥੇ ਜਿੰਨੇ ਵਿਸ਼ਰਾਮ, ਜਿਹਨੂੰ ਇਸ ਥਾਂ ਤੇ ਆਰਾਮ ਬਖਸ਼ ਮਿਲ ਜਾਏ, ਰੱਬਾ ਉਹ ਛੱਡ ਕੇ ਕਿਵੇਂ ਜਾਏ? ਬਾਪੂ ਜੀ ਦੀ ਬਾਣੀ ਪੜੋ, ਭਗਤ ਨਾਮਦੇਵ ਜੀ ਕਹਿੰਦੇ ਨਾ, ਪਾਰ ਪੜੋਸਨ ਪੂਛ ਲੈ ਨਾਮਾ ਕਾ ਪਹਿਛਾਨ, ਸਵਾਈ ਹੋ ਤੋ ਪੈ ਦੁਗਣੀ ਮਜ਼ੂਰੀ ਦੇਹੋ, ਮੋਕੋ ਬੇਟੀ ਦੇਹੋ ਬਤਾਈ ਹੋ। ਹੁਣ ਉਹ ਜਿਹੜੀ ਛੰਨ ਹੈ, ਸਤਿਗੁਰੂ ਜੀ ਨੇ ਨਾ ਬੜਾ ਹੈਰਾਨੀਜਨਕ ਨਾ, ਮਾਲਕ ਪਾਤਸ਼ਾਹ ਜੀ ਦਾ ਜ਼ਿਕਰ ਬੜੇ ਪਿਆਰੇ। ਭਗਤ ਰਵਿਦਾਸ ਜੀ ਬੋਲੇ, ਕਹਿੰਦੇ ਮੇਰਾ ਸ਼ਹਿਰ ਹੈ ਬੇਗਮਪੁਰਾ, ਤੇ ਮੇਰੇ ਸਾਥੀ ਸਾਰੇ ਉਹ ਹੀ ਨੇ ਜਿਹੜੇ ਇਹਦੇ ਚ ਰਹਿਣ ਵਾਲੇ ਨੇ, ਬੇਗਮਪੁਰੇ ਚ ਰਹਿਣ ਵਾਲੇ। ਹੁਣ ਜਿੰਨੇ ਸਾਥੀ ਆਪਾਂ 35 ਮਹਾਂਪੁਰਸ਼ਾਂ ਦੀ ਬਾਣੀ ਪੜ੍ਹਦੇ, ਇਹ ਸਾਰੇ ਭਗਤ ਰਵਿਦਾਸ ਜੀ ਦੇ ਕੀ ਨੇ? ਸਾਰੇ ਕਿੱਥੇ ਰਹਿ ਰਹੇ? ਬੇਗਮਪੁਰੇ ਚ। ਜੋ ਹਮ ਸ਼ਹਿਰੀ ਸੋ ਮੀਤ ਹਮ, ਜਿਹੜਾ ਮੇਰੇ ਸ਼ਹਿਰ ਚ ਰਹੇਗਾ ਕਹਿੰਦੇ ਉਹ ਮੇਰਾ ਮਿੱਤਰ ਹੈ। ਮੈਂ ਸਿਰਫ ਇਹਨਾਂ 35 ਮਹਾਂਪੁਰਸ਼ਾਂ ਦਾ ਜ਼ਿਕਰ ਕਰ ਰਿਹਾ ਜਿਨ੍ਹਾਂ ਦੀ ਬਾਣੀ ਹੈ। ਵੈਸੇ ਜਿਹਦੇ ਭਗਤ ਜਨਾਂ ਦੀ ਗੱਲ ਕਰਾਂਗੇ, ਰੱਬ ਜੀ ਦੇ ਪਿਆਰਿਆਂ ਦੀ, ਜਿਨ੍ਹਾਂ ਆਪਣੇ ਜੀਵਨ 'ਚ ਰੱਬ ਜੀ ਦੀ ਬੰਦਗੀ ਨਾਲ ਸਾਂਝ ਬਣਾਈ, ਉਹ ਸਾਰੇ ਹੀ ਉੱਥੋਂ ਦੇ ਵਸਨੀਕ ਨੇ। ਪਰ ਮੈਂ ਸਿਰਫ ਮੋਟੇ ਤੌਰ ਤੇ ਜਿਹੜੀ ਬੇਨਤੀ ਕਰ ਰਿਹਾ, ਹੁਣ ਉਹ ਸਾਰੇ ਬੇਗਮ ਸ਼ਹਿਰ ਬਣ ਗਿਆ। ਫਿਰ ਸ਼ਹਿਰ ਵਿੱਚ ਘਰ ਬਣਦਾ। ਜਦੋਂ ਘਰ ਦੀ ਵਾਰੀ ਆਈ ਤੇ ਭਗਤ ਨਾਮਦੇਵ ਜੀ ਕਹਿੰਦੇ ਵੀ ਮੈਂ ਛੱਪਰੀ ਬਣਾਈ ਹੈ। ਉੱਥੇ ਸਾਰੇ ਕੌਣ ਬੈਠੇ? ਰੱਬ ਜੀ ਦੇ ਪਿਆਰੇ। ਫਿਰ ਹੁਣ ਛੱਪਰੀ ਜਿਹੜਾ ਘਰ ਬਣ ਗਿਆ, ਜਿਹੜੀ ਛੰਨ ਬਣੀ ਹੈ, ਉਹਨੂੰ ਦਰਵਾਜ਼ਾ ਵੀ ਤੇ ਲੱਗਣਾ ਨਾ। ਤੇ ਬਾਬਾ ਕਬੀਰ ਜੀ ਕੀ ਕਹਿੰਦੇ? ਵੀ ਦਰਵਾਜ਼ਾ ਵੀ ਹੈ ਭਾਈ, ਉਹ ਦਰਵਾਜ਼ੇ ਤੇ ਆਉਣ ਜਾਣ ਤੋਂ ਕੋਈ ਰੋਕਦਾ ਨਹੀਂ, ਅਸੀਂ ਸਾਰੇ ਹੀ ਉੱਥੇ ਬੈਠੇ ਹਾਂ। ਤੇ ਬਾਬਾ ਫਰੀਦ ਜੀ
ਉਹ ਕਹਿੰਦੇ ਵੀ ਮੈਂ ਤੇ ਹਾਂ ਹੀ ਉਸ ਦਰ ਦੇ ਉੱਤੇ, ਰੱਬਾ ਮੈਂ ਤੇ ਇਹ ਅਰਜ਼ੋਈ ਕਰਦਾ ਵੀ ਇੱਥੋਂ ਕਿਤੇ ਪਾਸੇ ਨਾ ਲੈ ਕੇ ਜਾਈ, ਕਿਤੇ ਜਾਣਾ ਨਾ ਕਿਤੇ ਹੋਰ ਪੈ ਜੇ, ਕਿਉਂਕਿ ਜੇ ਕਿਤੇ ਹੋਰ ਜਾਣਾ ਪੈ ਗਿਆ ਨਾ ਤੇ ਅਸੀਂ ਤੇ ਜਿਉਂਦੇ ਜੀ ਮਰ ਜਾਣਾ। ਇਦੋਂ ਭਲਾ ਇਹ ਹੀ ਹੈ ਵੀ ਜਾਨ ਹੀ ਨਿਕਲ ਜੇ, ਸਰੀਰ ਚੋਂ ਜਿੰਦ ਹੀ ਨਿਕਲ ਜਾਏ। ਆਸਾ ਲੱਗ ਜੀਵ ਤੇ ਜੀਓ, ਜਿਹੜੇ ਉਸ ਦਰ ਉੱਤੇ ਰੱਬ ਜੀ ਦੇ ਧਾਮ ਵਿੱਚ ਜਿਨ੍ਹਾਂ ਨੂੰ ਵਿਸ਼ਰਾਮ ਮਿਲਦਾ, ਉਹਨਾਂ ਨੂੰ ਮਿਲਦਾ ਜਿਹੜੇ ਉਸੇ ਦੀ ਆਸ ਤੇ ਜਿਉਂਦੇ ਨੇ। ਜਿਹੜੇ ਪਰਾਈਆਂ ਆਸਾਂ ਰੱਖ ਲੈਣ ਨਾ, ਉਹਨਾਂ ਨੂੰ ਫਿਰ ਕਦੇ ਇੱਥੋਂ ਟਿਕਾਣਾ ਨਹੀਂ ਮਿਲਦਾ। ਇਸੇ ਲਈ ਤੇ ਸਾਹਿਬ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਸਮਝਾਇਆ, ਧਰ ਜੀਅਰੇ ਇੱਕ ਟੇਕ ਤੂੰ, ਲਾਹੇ ਬੇਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ। ਬਗਾਨਿਆਂ ਦੀ ਟੇਕ ਨਾ ਤੱਕੀ ਕਦੇ। ਟੇਕ ਲੈਣਾ ਤੇ ਬੜੀ ਦੂਰ ਦੀ ਗੱਲ ਹੈ, ਆਸਰਾ ਜਾ ਕੇ ਲੈਣਾ ਤੇ ਬਹੁਤ ਦੂਰ ਦੀ ਗੱਲ ਹੈ। ਸਾਹਿਬ ਕਹਿੰਦੇ ਕਦੇ ਤੱਕੀ ਵੀ ਨਾ, ਬਸ ਭਰੋਸਾ ਇੱਕ ਤੇ ਰੱਖ ਕੇ ਚੱਲ। ਸੁੰਦਰ ਸੁਆਮੀ ਧਾਮ, ਭਗਤਾਂ ਬਿਸਰਾਮ, ਆਸਾ ਲੱਗ ਜੀਵ ਤੇ ਜੀਓ। ਫਿਰ ਆਖਿਆ ਕਹਿੰਦੇ ਮਨ ਤਨੇ ਗਲਤਾਨ। ਹੁਣ ਅਸੀਂ ਗਲਤਾਨ ਲਫ਼ਜ਼ ਵਰਤਦੇ ਹਾਂ ਵੀ ਜਿਹੜਾ ਬਿਲਕੁਲ ਹੀ ਖਚਤ ਹੋ ਗਿਆ, ਮਸਤ ਹੋ ਗਿਆ ਜਿਹੜਾ। ਕਹਿੰਦੇ ਹੁਣ ਉਸ ਘਰ ਵਿੱਚ ਰਹਿਣ ਵਾਲੇ ਜਿੰਨੇ ਨੇ ਨਾ, ਉਹ ਸਾਰੇ ਹੀ ਉਸ ਘਰ 'ਚ ਖਚਤ ਨੇ, ਮਤਲਬ ਸਾਰੇ ਸਮਰਪਿਤ ਨੇ ਆਪਣੇ ਮਨ ਕਰਕੇ, ਆਪਣੇ ਤਨ ਕਰਕੇ। ਗਲਤਾਨ ਕਿਹਦੇ ਵਿੱਚ? ਸਿਮਰਤ ਪ੍ਰਭ ਨਾਮ। ਰੱਬ ਜੀ ਦੇ ਨਾਮ ਨੂੰ ਸਿਮਰਨ ਦੇ ਵਿੱਚ, ਚੇਤੇ ਕਰਨ ਦੇ ਵਿੱਚ ਮਨ ਤਨੇ ਗਲਤਾਨ। ਮਤਲਬ ਉਹ ਮਨ ਕਰਕੇ, ਤਨ ਕਰਕੇ ਰੱਬ ਜੀ ਨੂੰ ਸਮਰਪਿਤ ਨੇ। ਹੁਣ ਉਹ ਜਿਹੜੇ ਘਰ ਦੇ ਵਿੱਚ ਵਿਸ਼ਰਾਮ ਮਿਲਿਆ, ਮਨ ਕਰਕੇ ਤਨ ਕਰਕੇ, ਉਹਨਾਂ ਇਹ ਦੱਸਤਾ ਵੀ ਅਸੀਂ ਸਮਰਪਿਤ ਹਾਂ। ਹੁਣ ਉਸ ਘਰ ਚੋਂ ਮਿਲਦਾ ਕੀ ਹੈ? ਕਹਿੰਦੇ ਹਰ ਅੰਮ੍ਰਿਤ ਪੀਵ ਤੇ ਜੀਓ। ਉਹ ਦਿਨ ਰਾਤ ਰੱਬ ਜੀ ਦੇ ਨਾਮ ਦਾ ਅੰਮ੍ਰਿਤ ਪੀਤੀ ਜਾਂਦੇ ਨੇ। ਮਤਲਬ ਦਿਨ ਰਾਤ ਪਰਮੇਸ਼ਵਰ ਦੀ ਯਾਦ ਵਿੱਚ ਜੁੜੇ ਨੇ, ਉਹ ਸਮਰਪਿਤ ਨੇ। ਹੁਣ ਜਿਹੜਾ ਬੰਦਾ ਜਿਸ ਘਰ ਵੇ ਨੂੰ ਸਮਰਪਿਤ ਹੈ, ਉਹਦਾ ਭੋਜਨ ਪ੍ਰਬੰਧ ਵੀ ਤੇ ਉੱਥੇ ਹੀ ਹੋਏਗਾ ਨਾ। ਇਹ ਤੇ ਨਹੀਂ ਵੀ ਘਰ ਨੂੰ ਕਿਸੇ ਨੂੰ ਸਮਰਪਿਤ ਹੋਵੇ ਤੇ ਭੋਜਨ ਦੂਜੇ ਘਰਾਂ 'ਚੋਂ ਮੰਗਦਾ ਫਿਰੇ। ਜਾਂ ਆਪਾਂ ਆਪਣੀ ਗੱਲ ਕਰੀਏ ਸੰਸਾਰਕ ਤੌਰ ਤੇ, ਆਪਾਂ ਜਿਸ ਘਰ ਨਾਲ ਸੰਬੰਧ ਰੱਖਦੇ ਆ, ਭੋਜਨ ਉੱਥੇ ਹੀ ਮਿਲਦਾ ਨਾ। ਕਿਤੇ ਜਾਵਾਂਗੇ ਰਿਸ਼ਤੇਦਾਰ ਸਾਕ ਸੰਬੰਧੀ ਕੋਲ ਚਲੇ ਗਏ, ਹੁਣ ਜਿੰਨਾ ਸਾਕ ਸੰਬੰਧੀਆਂ ਕੋਲ ਗਏ ਆ ਉੱਥੇ ਹੀ ਭੋਜਨ ਮਿਲਣਾ। ਉਹ ਪਿੰਡ ਤੇ ਸਾਰਾ ਜਿਹੜੇ ਪਿੰਡ 'ਚ ਆਪਾਂ ਗਏ ਆ ਸਾਕ ਸੰਬੰਧੀਆਂ ਰਿਸ਼ਤੇਦਾਰਾਂ ਕੋਲ, ਇਲਾਕਾ ਤੇ ਵੱਡਾ ਹੀ ਹੈ ਨਾ, ਪਰ ਘਰ ਇੱਕ ਹੈ, ਦੋ ਹੋਣਗੇ, ਹੱਦ 10 ਘਰ ਹੋਣ। ਉਹਨਾਂ 10 ਘਰਾਂ 'ਚੋਂ ਜਿਹਦੇ 'ਚ ਮਰਜ਼ੀ ਚਲੇ ਜਾਈਏ, ਭੋਜਨ ਜਾਏਗਾ ਮਿਲ। ਉਹ 10 ਨੂੰ ਛੱਡ ਕੇ ਕਿਸੇ ਹੋਰ ਘਰ 'ਚ ਜਾ ਕੇ ਭੋਜਨ ਛਕ ਕੇ ਵਿਖਾਓ। ਘਰ ਦੇ ਵਿੱਚ ਬਹਿਣਾ ਤੇ ਦੂਰ ਦੀ ਗੱਲ, ਅਗਲੇ ਨੇ ਦਰਵਾਜ਼ਾ ਵੀ ਨਹੀਂ ਖੋਲਣਾ ਵੀ ਤੁਸੀਂ ਆਓ ਕੌਣ। ਜੇ ਹੁਣ ਅਸੀਂ ਉਹਨਾਂ ਤੋਂ ਗੇਟ ਖਲਵਾਉਣਾ ਚਾਹੁੰਦੇ ਆ, ਫਿਰ ਕੀ ਕਹਿਣਾ ਵੀ ਮੈਂ ਫਲਾਣਿਆਂ ਦਾ ਰਿਸ਼ਤੇਦਾਰ ਆ, ਫਿਰ ਭਾਵੇਂ ਉਹ ਅੰਦਰ ਵਾੜ ਲੈਣ, ਉਦਾਂ ਉਹਨਾਂ ਨੇ ਵੀ ਆਉਣ ਦੇਣਾ। ਸਾਹਿਬ ਕਹਿੰਦੇ ਹੁਣ ਰੱਬ ਜੀ ਦੇ ਪਿਆਰੇ ਰੱਬ ਜੀ ਦੇ ਘਰ ਵਿੱਚ ਰਹਿ ਰਹੇ ਨੇ, ਔਰ ਉੱਥੇ ਰਹਿੰਦੇ ਆ ਨਾ, ਉਹ ਸਾਰੇ ਸਮਰਪਿਤ ਹੋ ਗਏ ਰੱਬ ਜੀ ਨੂੰ। ਤੇ ਰੱਬ ਜੀ ਨੂੰ ਸਮਰਪਿਤ ਹੋਏ ਜਿਹੜੇ ਨਾ, ਹੁਣ ਉਹਨਾਂ ਸਾਰਿਆਂ ਦਾ ਭੋਜਨ ਵੀ ਉੱਥੇ ਹੀ ਹੈ। ਤੇ ਦਿਨ ਰਾਤ ਛਕਦੇ ਫਿਰ ਰੱਬ ਜੀ ਦੇ ਨਾਮ ਰੂਪੀ ਅੰਮ੍ਰਿਤ ਨੂੰ ਛਕਦੇ। ਜਾਂ ਵੇਖੋ ਨਾ, ਹੁਣ ਭੋਜਨ ਦੀ ਜਦੋਂ ਗੱਲ ਕੀਤੀ ਸਾਹਿਬ ਨੇ, ਘਰ ਵੀ ਬਣਿਆ, ਪਹਿਲੋਂ ਨਗਰ, ਸ਼ਹਿਰ, ਸ਼ਹਿਰ ਤੋਂ ਘਰ, ਦਰਵਾਜ਼ਾ, ਗੇਟ, ਸਭ ਕੁਝ ਲੱਗਾ, ਫਿਰ ਥਾਲ ਪਰੋਸਿਆ। ਤੇ ਭੋਜਨ ਥਾਲ ਵਿੱਚ 3
ਵਸਤੂ ਪਈਓ ਸਤ ਸੰਤੋਖ ਵਿਚਾਰੋ। ਇਹ ਭੋਜਨ ਜਿਹੜਾ ਨਾ, ਇਹ ਥਾਲੀ ਜਿਹੜੀ ਹੈ, ਜਿਵੇਂ ਹਰ ਇੱਕ ਢਾਬੇ ਦੀ, ਹਰ ਇੱਕ ਹੋਟਲ ਦੀ ਆਪਣੀ ਇੱਕ ਸਪੈਸ਼ਲ ਵਸਤੂ ਹੈ। ਬਸ ਕਹਿ ਲਓ ਵੀ ਆਹ ਘਰ ਦੀ ਆਪਣੀ ਸਪੈਸ਼ਲ ਵਸਤੂ ਹੈ, ਸਪੈਸ਼ਲ ਡਿਸ਼ ਹੈ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ। ਹੁਣ ਡਿਸ਼ ਤੇ ਸਪੈਸ਼ਲ ਹਰ ਕਿਸੇ ਦੀ ਦੁਕਾਨ ਦੀ ਹੈ, ਹਰ ਕਿਸੇ ਦੀ ਹੋਟਲ ਦੀ ਹੈ, ਪਰ ਉਹ ਨਾਲ ਇਹ ਵੀ ਕਿ ਵੀ ਕਿਸੇ ਨੂੰ ਚੰਗੀ ਲੱਗਦੀ ਤੇ ਕਿਸੇ ਨੂੰ ਨਹੀਂ ਲੱਗਦੀ, ਕਿਸੇ ਨੂੰ ਪਚਦੀ ਹੈ ਤੇ ਕਿਸੇ ਨੂੰ ਨਹੀਂ ਪਚਦੀ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ ਵੀ ਸਪਸ਼ਟ ਲਫ਼ਜ਼ ਵਰਤੇ, ਕਹਿੰਦੇ ਖਾਣ ਵਾਲੇ ਤੇ ਬੜੇ ਆ ਜਾਂਦੇ ਨੇ, ਪਰ ਇਹਦਾ ਲਾਭ ਮਿਲਦਾ ਉਹਨਾਂ ਨੂੰ ਹੀ ਹੈ ਜਿਹੜਾ ਇਹਨਾਂ ਨੂੰ ਪਚਾ ਲਵੇ। ਜੇ ਕੋ ਖਾਵੇ ਜੇ ਕੋ ਪੁੰਚੈ, ਕਹਿੰਦੇ ਜਿੰਨੇ ਪਚਾ ਲਿਆ ਤਿਸ ਕਾ ਹੋਏ ਉਧਾਰੋ। ਹਾਂ, ਜਿਹਨੂੰ ਇੱਕ ਵਾਰੀ ਪਚ ਗਿਆ ਤੇ ਜਿੰਨੇ ਇਹ ਭੋਜਨ ਲਿਆ ਛਕ, ਮਾਲਕ ਨੇ ਮੁੜ ਕੇ ਕਿਤੇ ਹੋਰ ਨਹੀਂ ਜਾਂਦਾ। ਫਿਰ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰਖ ਔਰ ਧਰ। ਵੇਖੋ ਨਾ, ਜਿਸ ਵੀ ਦੁਕਾਨ ਤੋਂ ਜਾਂ ਹੋਟਲ ਤੋਂ ਅਸੀਂ ਭੋਜਨ ਛਕਿਆ, ਜੇ ਤੇ ਸਾਨੂੰ ਚੰਗਾ ਜਾਵੇ ਲੱਗ, ਫਿਰ ਅਸੀਂ ਜਿੱਥੇ ਮਰਜ਼ੀ ਹੋਈਏ ਉੱਥੇ ਹੀ ਜਾਣਾ। ਮਾਲਕ ਕਹਿੰਦੇ ਜਿਹਨੂੰ ਭੋਜਨ ਚੰਗਾ ਲੱਗ ਗਿਆ, ਫਿਰ ਉਹ ਕੀ ਕਹਿੰਦਾ, ਇਹ ਉਹਦੇ ਤੋਂ ਬਿਨਾਂ ਨਹੀਂ ਆਪਾਂ ਕੁਝ ਹੋਰ ਛਕਣਾ। ਇਹ ਵਸਤ ਤਜੀ ਨਾ ਜਾਈ, ਨਹੀਂ ਛੱਡ ਸਕਦਾ। ਫਿਰ ਨਿਤ ਨਿਤ ਰਖ ਔਰ ਧਾਰੋ, ਫਿਰ ਉਹ ਰੋਜ਼ ਨਿਤਾ ਪ੍ਰਤੀ। ਮਾਲਕ ਕਹਿੰਦੇ ਜਿਹੜਾ ਨਿਤ ਨਿਤ ਔਰ ਧਾਰ ਕੇ ਰੱਖਦਾ ਨਾ, ਫਿਰ ਤਮ ਸੰਸਾਰ ਚਰਨ ਲੱਗ ਤਰੀਐ ਸਭ ਨਾਨਕ ਬ੍ਰਹਮ ਬਸਾਰੋ। ਫਿਰ ਉਹ ਹਨੇਰੇ ਰੂਪੀ ਸੰਸਾਰ ਤੋਂ ਪਾਰ ਲੰਘ ਜਾਂਦਾ। ਮਨ ਤਨੇ ਗਲਤਾਨ ਸਿਮਰਤ ਪ੍ਰਭ ਨਾਮ, ਹਰ ਅੰਮ੍ਰਿਤ ਪੀਵਤੇ ਜੀਓ। ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ, ਬਿਖੈ ਬਨ ਫੀਕਾ ਜਾਣਿਆ। ਭਏ ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗਤ ਨਿਧ ਮਾਨਿਆ। ਹੁਣ ਉਹਨਾਂ ਨੇ ਨਾ ਅੰਮ੍ਰਿਤ ਪੀਤਾ, ਅੰਮ੍ਰਿਤ ਛਕਿਆ ਉਹਨਾਂ ਨੇ ਉੱਥੇ ਉਸ ਘਰ ਵਿੱਚੋਂ, ਮਤਲਬ ਰੱਬ ਜੀ ਦਾ ਨਾਮ। ਅੰਮ੍ਰਿਤ ਹਰ ਪੀਵਤੇ, ਰੱਬ ਜੀ ਦਾ ਅੰਮ੍ਰਿਤ ਪੀਂਦੇ ਰਹੇ, ਸਦਾ ਥਿਰ ਥੀਵਤੇ। ਹੁਣ ਉਹ ਅਟਲ ਹੋ ਗਏ, ਅਮਰ ਹੋ ਗਏ। ਉਹਨਾਂ ਨੂੰ ਇੰਨਾ ਪਸੰਦ ਆਇਆ, ਇੰਨਾ ਚੰਗਾ ਲੱਗਾ, ਇੰਨਾ ਰਸ ਮਾਣਿਆ ਉਹਨਾਂ ਨੇ। ਸਾਹਿਬ ਕਹਿੰਦੇ ਬਿਖੈ ਬਨ ਫੀਕਾ ਜਾਣਿਆ। ਆ ਜਿਹੜੇ ਸੰਸਾਰਿਕ ਤੌਰ ਤੇ ਸਵਾਦਲੇ ਰਸ, ਸੰਸਾਰਿਕ ਤੌਰ ਦੇ ਸਵਾਦਲੇ ਪਦਾਰਥ ਜਾਂ ਮਾਇਕ ਪਦਾਰਥ, ਇਹ ਜਿਹੜਾ ਪਾਣੀ ਸੀ ਨਾ, ਹੁਣ ਉਹਨਾਂ ਨੂੰ ਫਿੱਕਾ ਲੱਗਣ ਲੱਗ ਗਿਆ, ਬੇਸਵਾਦਾ ਇਹ। ਤੇ ਇਹਨੂੰ ਹੋਰ ਸੌਖੇ ਲਫ਼ਜ਼ਾਂ 'ਚ ਆਪਾਂ ਹੁਣ ਘਰਾਂ ਦੇ ਵਿੱਚ ਆਮ ਕਰਕੇ, ਹਰ ਘਰ ਦੇ ਵਿੱਚ ਅਸੀਂ ਆਰੋ ਪਾਣੀ ਵਰਤਦੇ ਹਾਂ, ਹਰ ਘਰ ਦੇ ਵਿੱਚ। ਉਹ ਇੱਕ ਦੋ ਦਿਨ ਜਦੋਂ ਸ਼ੁਰੂਆਤ ਕਰੀਏ ਉਦੋਂ ਲੱਗਦਾ ਕੌੜਾ, ਫਿਰ ਚੰਗਾ ਲੱਗਣ ਲੱਗ ਜਾਂਦਾ। ਫਿਰ ਇੱਕ ਹੈਬਿਟ, ਇੱਕ ਆਦਤ ਬਣ ਗਈ ਨਾ ਵੀ ਅਸੀਂ ਆਰੋ ਪਾਣੀ ਵੀ ਪੀਣਾ। ਹੁਣ ਕਿਤੇ ਮੰਨ ਲਓ ਅਸੀਂ ਚਲੇ ਗਏ ਤੇ ਅਗਲਿਆਂ ਘਰੇ ਲੱਗਿਆ ਨਾ ਹੋਵੇ, ਤੇ ਉਹ ਗਲਾਸ ਪਾਣੀ ਦਾ ਫੜੀ ਦਾ, ਘੁੱਟ ਭਰੀ ਦਾ, ਨਾਲ ਨਹੀਂ ਜੀ ਸਾਨੂੰ ਚੰਗਾ ਨਹੀਂ ਲੱਗਾ, ਇਹ ਨਹੀਂ ਪੀਤਾ। ਆਰੋ ਹੈ, ਫਿਲਟਰ ਪਾਣੀ ਹੈ ਤੇ ਦੇ ਦਿਓ, ਆਹ ਨਹੀਂ ਪੀਣਾ, ਵੀ ਬੇਸਵਾਦਾ ਹੈ। ਬਸ ਉਹੀ ਹਾਲਾਤ ਹੈ। ਜਿਹਨੂੰ ਤੇ ਚੰਗਾ ਗਿਆ ਲੱਗ, ਉਹ ਕਹਿੰਦਾ ਮਾਇਕ ਪਦਾਰਥਾਂ 'ਚ ਕੀ ਪਿਆ, ਬੇਸਵਾਦੇ ਨੇ। ਪਰ ਇਹ ਵੀ ਹੈ, ਜਿਵੇਂ ਹੁਣ ਜਿਨ੍ਹਾਂ ਦੇ ਘਰੋਂ ਅਸੀਂ ਕਿਹਾ ਵੀ ਸਾਨੂੰ ਤੁਹਾਡਾ ਪਾਣੀ ਬੇਸਵਾਦਾ ਲੱਗਾ, ਇਹ ਆਰੋ ਨਹੀਂ ਹੈ, ਉਹ ਵੀ ਸਾਨੂੰ ਤੇ ਆਦਤ ਪਈ ਭਾਈ, ਸਾਨੂੰ ਤੇ ਚੰਗਾ ਲੱਗਦਾ। ਤੇ ਜੇ ਉਹ ਸਾਡੇ ਘਰੇ ਆ ਜਾਣਾ, ਅਸੀਂ
ਉਹਨਾਂ ਨੇ ਵੀ 2 ਦਿਨ ਹੀ ਰਹਿਣਾ। ਜੇ ਅਸੀਂ 2 ਦਿਨ ਲਾ ਕੇ ਉਹ 2 ਦਿਨ ਲਾ ਜਾਣਗੇ, ਹੱਦ ਹਫ਼ਤਾ ਲਾ ਜਾਣ, ਉਹ ਵੀ ਤੁਹਾਡਾ ਤੇ ਪਾਣੀ ਕੌੜਾ, ਦੂਜਾ ਲਿਆ ਦੋ। ਮਤਲਬ ਇਹਦਾ ਪੱਖ ਮੈਂ ਤਾਂ ਰੱਖਿਆ ਵੀ ਜਿਹੜਾ ਤੇ ਰੱਬ ਜੀ ਦੇ ਨਾਮ ਦਾ ਰਸ ਮੰਨਣ ਲੱਗ ਗਿਆ, ਉਹ ਕਹਿੰਦਾ ਮਾਇਕ ਪਦਾਰਥਾਂ 'ਚ ਕੀ ਪਿਆ, ਉਹ ਤੇ ਬੇਸਵਾਦੇ ਨੇ। ਤੇ ਜਿਹੜਾ ਉਹ ਮਾਇਕ ਪਦਾਰਥਾਂ ਦਾ ਰਸ ਮੰਨਣ ਲੱਗ ਜੇ, ਉਹਦਾ ਸਵਾਦ ਹੀ ਇੱਥੇ ਹੈ। ਉਹ ਰੱਬ ਦੀ ਬੰਦਗੀ ਤੇ ਫਿਰ ਵੇਖਾਂਗੇ, ਜਦੋਂ ਲੋੜ ਪਏਗੀ ਕਰ ਲਾਂਗੇ। ਕਿਉਂਕਿ ਜਦੋਂ ਲੋੜ ਪੈਗੀ ਪਾਣੀ ਘਰ 'ਚ ਫਿਲਟਰ ਲੈ ਆਵਾਂਗੇ। ਇਦਾਂ ਹੀ ਹੁੰਦਾ ਨਾ ਵੀ ਅਜੇ ਸਰਦਾ ਹੀ ਹੈ, ਚੰਗਾ ਪਾਣੀ, ਰਸ ਵਾਲਾ, ਸਵਾਦ ਵਾਲਾ ਪਾਣੀ ਹੈ। ਹਾਂ, ਜੱਦਣ ਲੋੜ ਪਈ ਪਾਣੀ ਗੰਦੇ ਹੋ ਗਏ, ਉਦੋਂ ਹੀ ਫਿਲਟਰ ਲਵਾ ਲਾਂਗੇ। ਇਹੀ ਹਾਲਾਤ ਸਾਡੇ ਵੀ ਅਸੀਂ ਜਿੰਨਾ ਚਿਰ ਮਾਇਕ ਪਦਾਰਥਾਂ ਵਿੱਚ ਗਲਤਾਨ ਆ ਨਾ, ਵੀ ਇੱਥੇ ਤੇ ਸਵਾਦ ਹੀ ਬੜਾ, ਰਸ ਬੜਾ, ਉਦੋਂ ਤੇ ਅਸੀਂ ਵੀ 4 ਦਿਨਾਂ ਦੀ ਜ਼ਿੰਦਗੀ ਹੈ, ਹੱਸਣ ਖੇਡਣ ਵਾਸਤੇ ਹੀ ਮਿਲੀ ਹੈ। ਤੇ ਬਾਣੀ ਨੇ ਕਿਹੜਾ ਕਿਹਾ ਵੀ ਤੂੰ ਹੱਸਣਾ ਖੇਡਣਾ, ਪਰ ਕਿਸੇ ਹਿਸਾਬ ਸਿਰ ਤੇ ਚੱਲ। ਇਹ ਤੇ ਨਹੀਂ ਬਾਣੀ ਨੇ, ਗੁਰਬਾਣੀ ਸਾਨੂੰ ਕਿਸੇ ਪਾਸੋਂ ਵੀ ਲਿਮਿਟਲੈਸ ਕਰਦੀ ਹੈ ਸਿਵਾਏ ਸਾਡੀ ਸੋਚ ਤੋਂ। ਸਾਡੀ ਸੋਚ ਹੀ ਵਿਸ਼ਾਲ ਕਰਦੀ ਨਾ, ਵੀ ਆਪਣੀ ਸੋਚ ਨੂੰ ਵਿਸ਼ਾਲ ਵੱਡਿਆਂ ਕਰ। ਹੋਰ ਸਾਰੇ ਪਾਸਿਓਂ ਸਾਨੂੰ ਮਰਿਆਦਾ ਵਿੱਚ ਚਲਾਇਆ ਬਾਣੀ ਨੇ, ਵੀ ਮਰਿਆਦਾ 'ਚ ਚੱਲ। ਕਿਤੇ ਬੇਮਰਿਆਦਾ ਕੀਤਾ ਹੋਵੇ ਸਾਨੂੰ ਬਾਣੀ ਨੇ? ਨਹੀਂ। ਹਰ ਚੀਜ਼ ਚੰਗੀ ਉਦੋਂ ਹੀ ਲੱਗਦੀ ਨਾ ਜਿੰਨਾ ਚਿਰ ਮਰਿਆਦਾ ਵਿੱਚ। ਜੇ ਅਸੀਂ ਮਾਇਕ ਪਦਾਰਥਾਂ ਨੂੰ ਬੇਮਰਿਆਦੇ ਹੋ ਕੇ ਵਰਤਾਂਗੇ ਤੇ ਕੀ ਮਿਲ ਜਾਏਗਾ? ਪਰ ਅੱਜ ਦੇ ਹਾਲਾਤ ਬੇਮਰਿਆਦਿਆਂ ਵਾਲੇ ਹੀ ਨੇ। ਇੰਨਾ ਕੁ ਗਲਤਾਨ, ਹੁਣ ਰੱਬ ਜੀ ਚੰਗੇ ਨਹੀਂ ਲੱਗਦੇ। ਹੁਣ ਤੇ ਇਹ ਹੈ ਵੀ ਜ਼ਿੰਦਗੀ ਸਾਰੀ ਪਈ ਹੈ, ਅਰੇ ਤੇ ਜਵਾਨੀ ਚੜੀ ਹੈ, ਬੁਢੇਪਾ ਸਾਰਾ ਪਿਆ, ਰੱਬ ਰੱਬ ਹੀ ਕਰਨਾ ਹੈ। ਇਹ ਤੇ ਉਹ ਹਾਲਾਤ ਵੀ ਜਦੋਂ ਮੌਤ ਕਿਨਾਰੇ ਆ ਗਈ ਨਾ, ਹੁਣ ਡਾਕਟਰ ਕਹਿੰਦੇ ਵੀ ਪਾਣੀ ਜੇ ਦੂਜਾ ਪੀਤਾ ਤੇ ਮਰ ਜਾਏਗਾ, ਉਹ ਵੀ ਹੁਣ ਲੈ ਆਓ ਭਾਈ ਘਰੇ। ਬਸ ਉਹ ਹਾਲਾਤ ਹੈ ਵੀ ਹੁਣ ਮਰਨ ਕਿਨਾਰੇ ਪਿਆ, ਹੁਣ ਕਹਿੰਦਾ ਧਰਮ ਕਮਾ ਹੀ ਲਈਏ। ਵੀ ਹੁਣ ਹੋਰ ਕੋਈ ਟਿਕਾਣਾ ਨਹੀਂ ਨਾ, ਕਿਉਂਕਿ ਘਰ ਵਾਲੇ ਘਰੇ ਚੱਲਦੇ ਹੀ ਨਹੀਂ ਹੁਣ। ਪਹਿਲੋਂ ਤੇ ਰੋਲਾ ਪਾ ਕੇ ਰੋਂਦਾ ਕੁਰਲਾਉਂਦਾ ਆਪਣੀ ਚਲਾਈ ਜਾਂਦਾ ਸੀ, ਹੁਣ ਹਾਲਾਤ ਇਦਾਂ ਦੇ ਬਣ ਕੇ ਘਰ ਵਾਲੇ ਘਰੇ ਚੱਲਦੇ ਹੀ ਨਹੀਂ। ਉਹ ਵੀ ਚੱਲ, ਹੁਣ ਸਾਨੂੰ ਸਾਡੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣ ਦਿਓ। ਫਿਰ ਉਹ ਕਹਿੰਦਾ ਵੀ ਹੁਣ ਜਦੋਂ ਕਿਸੇ ਪਾਸੇ ਦਰ ਨਾ ਦਿਸੇ, ਘਰ ਨਾ ਦਿਸੇ, ਫਿਰ ਧਰਮ ਸਥਾਨ ਹੀ ਠੀਕ ਹੈ, ਉੱਥੇ ਚੱਲਣਾ। ਬਸ ਇਹ ਹਾਲਾਤ ਬਣ ਜਾਂਦੇ। ਸਾਹਿਬ ਕਹਿੰਦੇ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ, ਉਹ ਅਟਲ ਹੋ ਗਏ, ਉਹਨਾਂ ਨੂੰ ਰਸ ਬੜਾ ਆਇਆ। ਤੇ ਉਹ ਕਹਿੰਦੇ ਵਿਖੇ ਬਨ ਫੀਕਾ, ਆ ਜਿਹੜਾ ਸੰਸਾਰਿਕ ਪਦਾਰਥਾਂ ਵਾਲਾ ਪਾਣੀ ਹੈ ਨਾ, ਵਿਸ਼ਿਆਂ ਵਾਲਾ, ਵਿਕਾਰਾਂ ਵਾਲਾ, ਇਹ ਹੈ ਫਿੱਕਾ ਜਾਣਿਆ। ਕਹਿੰਦੇ ਉਹ ਫਿੱਕਾ ਕਰਕੇ ਜਾਣ ਲੈਂਦੇ ਨੇ। ਭਏ ਕਿਰਪਾਲ ਗੋਪਾਲ ਪ੍ਰਭ ਮੇਰੇ, ਕਹਿੰਦੇ ਜਦੋਂ ਗੋਪਾਲ ਜੀ ਪ੍ਰਭੂ ਜੀ ਕਿਰਪਾਲੂ ਹੋਏ, ਸਾਧ ਸੰਗਤ ਨਿਧ ਮਾਨਿਆ, ਫਿਰ ਰੱਬ ਜੀ ਦੇ ਪਿਆਰਿਆਂ ਦੀ ਸੰਗਤ ਨੂੰ ਉਹ ਕੀ ਸਮਝ ਲੈਂਦਾ? ਖਜ਼ਾਨਾ, ਹਰ ਤਰ੍ਹਾਂ ਦਾ ਖਜ਼ਾਨਾ ਜਾਣ ਲੈਂਦਾ ਵੀ ਜਿਹੜੀ ਦਾਤ ਮਿਲਣੀ ਰੱਬ ਜੀ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਮਿਲ ਜਾਏਗੀ। ਸਰਬਸ ਸੁਖ ਆਨੰਦ ਘਨ ਪਿਆਰੇ, ਹਰ ਰਤਨ ਮਨ ਅੰਤਰ ਸੀਵਤੇ, ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ, ਜਪ ਜਪ ਨਾਨਕ ਜੀਵਤੇ। ਹੁਣ ਉਹ ਕੀ ਮੰਨਦੇ ਫਿਰ? ਸਰਬਸੋ ਸੂਖ ਆਨੰਦ ਘਨ ਪਿਆਰੇ, ਘਣਾ ਆਨੰਦ ਮਾਣਦੇ, ਸਾਰੇ ਸੁੱਖ ਮਾਣਦੇ ਹੋ, ਕਿਉਂਕਿ ਉਹਨਾਂ ਨੇ ਨਾ ਹਰ ਰਤਨ ਮਨ ਅੰਤਰ ਸੀਵਤੇ, ਉਹਨਾਂ ਨੇ ਆਪਣੇ ਮਨ ਦੇ ਅੰਦਰ ਨਾ ਹਰੀ ਪਰਮਾਤਮਾ ਰੂਪੀ ਰਤਨ ਜਿਹੜਾ ਉਹ ਸਦੀਵ ਪਰੋਲਿਆ। ਮਤਲਬ ਸਦੀਵ ਵਾਹਦ, ਹਮੇਸ਼ਾ ਲਈ ਸਦੀਵ ਉਹਨਾਂ ਨੇ ਅਕਾਲ ਪੁਰਖ ਪਰਮੇਸ਼ਵਰ ਨਾਲ ਆਪਣਾ ਮਨ ਜੋੜ ਲਿਆ। ਸੀਵ ਤੇ ਮਤਲਬ ਜੋੜ ਲੈਣਾ, ਪਰੋ ਲੈਣਾ। ਹੁਣ ਪਰੋਇਆ ਗਿਆ ਹਿਰਦਾ, ਜਦੋਂ ਹਿਰਦਾ ਪਰੋਇਆ ਗਿਆ, ਸਰਬ ਸੋ ਸੂਖ ਆਨੰਦ ਕਣ। ਠੀਕ ਹੈ ਨਾ? ਸਤਿਗੁਰੂ ਜੀ ਨੇ ਜ਼ਿਕਰ ਕਰਦੇ ਆ, ਗੁਰੂ ਅਰਜਨ ਸਾਹਿਬ ਕਹਿੰਦੇ ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਔਰ ਹਾਰ।
ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ, ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ। ਤੇ ਫਿਰ ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ। ਸਾਰਾ ਕੁਝ ਸਵਾਹ ਨਜ਼ਰ ਆਉਂਦਾ ਨਾ। ਤੇ ਅਖੀਰ ਸਮਾਪਤੀ ਤੇ ਆ ਗਈ, ਸਾਵਣ ਤਿੰਨ ਸੁਹਾਗਣੀ ਜਿਨ ਰਾਮ ਨਾਮ ਔਰ ਉਹ ਸੁੱਖ ਵਾਲੀਆਂ ਨੇ, ਉਹ ਸੁਹਾਗਣੀਆਂ ਭਾਗਾਂ ਵਾਲੀਆਂ ਨੇ ਜਿਨ੍ਹਾਂ ਨੇ ਹਰੀ ਰਾਮ ਪਰਮਾਤਮਾ ਜੀ ਦੇ ਨਾਮ ਦਾ ਹਾਰ ਆਪਣੇ ਗਲ 'ਚ ਪਾ ਲਿਆ, ਤੇ ਜਿਨ੍ਹਾਂ ਨੇ ਮਨ ਆਪਣਾ ਹਰੀ ਪਰਮਾਤਮਾ ਨਾਲ ਪਰੋ ਲਿਆ, ਉਹ ਸੁੱਖਾਂ ਵਾਲੀਆਂ ਬਣ ਗਈਆਂ। ਫਿਰ ਕਹਿੰਦੇ ਉਹ ਹੁਣ ਜਿਹੜੇ ਜੀਵ ਨੇ ਨਾ ਰੱਬ ਜੀ ਦੇ ਭਗਤ ਜਨ, ਇੱਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ, ਉਹਨਾਂ ਨੂੰ ਹੁਣ ਇੱਕ ਤਿਲ ਮਾਤਰ ਸਮੇਂ ਵਾਸਤੇ ਵੀ ਨਹੀਂ ਵਿਸਰਦਾ। ਕੌਣ? ਪ੍ਰਾਨ ਆਧਾਰਾ, ਜਿਹੜਾ ਪ੍ਰਾਣਾਂ ਦਾ ਆਸਰਾ ਹੈ। ਤੇ ਉਹ ਕੀ ਕਰਦੇ? ਜਪ ਜਪ ਨਾਨਕ ਜੀਵ ਤੇ, ਉਹ ਜਪ ਜਪ ਕੇ ਹੇ ਨਾਨਕ ਜੀ ਉਹਨੂੰ ਜਿਉਂਦੇ ਨੇ। ਰੱਬ ਜੀ ਦੇ ਪਿਆਰੇ ਰੱਬ ਜੀ ਨੂੰ ਚੇਤੇ ਕਰ ਕਰਕੇ ਹੀ ਜੀਵਤ ਨੇ ਤੇ ਜਿਉਂਦੇ ਨੇ। ਇੱਕ ਤਿਲ ਮਾਤਰ ਸਮੇਂ ਵਾਸਤੇ ਵੀ ਉਹ ਕਦੇ ਆਪਣੇ ਹਿਰਦੇ ਵਿੱਚੋਂ ਉਹਨੂੰ ਨਹੀਂ ਵਿਸਾਰਦੇ। ਇਸ ਤਰੀਕੇ ਦੇ ਨਾਲ ਅੱਜ ਗੁਰੂ ਅਰਜਨ ਸਾਹਿਬ ਜੀ ਨੇ ਸਾਡੇ ਤੇ ਕਿਰਪਾਲੂ ਹੋ ਕਰਕੇ ਰੱਬ ਜੀ ਦੇ ਪਿਆਰਿਆਂ ਦੇ ਹਿਰਦੇ ਦੀ ਅਵਸਥਾ ਤੇ ਨਿਮਰਤਾ ਭਾਵ ਦਾ ਗੁਰੂ ਸਾਹਿਬ ਜੀ ਨੇ ਪ੍ਰਗਟਾਵਾ ਕੀਤਾ। ਮਾਲਕ ਪਾਤਸ਼ਾਹ ਕਿਤੇ ਰਹਿਮਤ ਕਰਨ, ਅਸੀਂ ਵੀ ਆਪਣੇ ਜੀਵਨਾਂ ਅੰਦਰ ਕਿਤੇ ਆਪਾ ਭਾਵ ਖਤਮ ਕਰਕੇ ਰੱਬ ਜੀ ਦੇ ਪਿਆਰਿਆਂ ਦੀ ਚਰਨ ਧੂੜ ਬਣ ਜਾਈਏ ਔਰ ਰੱਬ ਜੀ ਦੇ ਨਾਲ ਆਪਣਾ ਆਪਾ ਜੋੜ ਸਕੀਏ। ਤੇ ਮਾਲਕ ਅੱਗੇ ਅਰਦਾਸ ਕਰਦੇ ਰਿਹਾ ਕਰੀਏ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਸਰਬਸ ਸੁਖ ਆਨੰਦ ਘਨ ਪਿਆਰੇ, ਹਰ ਰਤਨ ਮਨ ਅੰਤਰ ਸੀਵਤੇ। ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰਾ, ਜਪ ਜਪ ਨਾਨਕ ਜੀਵਤੇ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।